सतनाम श्री वाहिगुरु जी। दोए कर जोड़ मांगो एक दाना, साहिब तुठै पावा। सास सास नानक आराधे, आठ पहर गुण गावा। सतनाम श्री वाहिगुरु जी। गौड़ी ग्वारेरी महला तीजा। गुर ते ज्ञान पाए जन कोए, गुर ते बूझै सीझै सोए। गुर ते ज्ञान पाए जन कोए। वाहिगुरु जी का खालसा, वाहिगुरु जी की फतेह। सतगुਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅੰਮ੍ਰਿਤਮਈ ਪਾਵਨ ਪਵਿੱਤਰ ਗੁਰਬਾਣੀ ਦੀ ਲੜੀਵਾਰ ਵਿਚਾਰ ਜੋ ਗੌੜੀ ਰਾਗ ਵਿੱਚ ਚੱਲ ਰਹੀ ਹੈ, ਹੁਣ ਤੱਕ ਕੁੱਲ 21 ਸ਼ਬਦਾਂ ਦੀ ਵਿਚਾਰ ਹੋਈ ਹੈ। 20 ਸ਼ਬਦ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਗੁਰੂ ਕਿਰਪਾ ਸਦਕਾ ਵਿਚਾਰੇ ਗਏ ਹਨ, ਔਰ 21ਵਾਂ ਸ਼ਬਦ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਅਸੀਂ ਪਹਿਲਾਂ ਵਿਚਾਰ ਚੁੱਕੇ ਹਾਂ। ਉਸ ਤੋਂ ਅੱਗੇ ਜੋ ਸਤਿਗੁਰੂ ਪਰਮ ਪਵਿੱਤਰ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਗੁਰੂ ਕਿਰਪਾ ਸਦਕਾ ਵਿਚਾਰੀਏ, ਸੁਣੀਏ। ਗਵਾਰੇਰੀ ਗੌੜੀ ਰਾਗ ਦੀ ਵੰਨਗੀ ਗਵਾਰੇਰੀ ਵਿੱਚ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਬਚਨ ਫਰਮਾਉਂਦੇ ਨੇ, ਗੁਰ ਤੇ ਗਿਆਨ ਪਾਏ ਜਨ ਕੋਏ। ਦੇਖੋ, ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਸਾਰੇ ਅਸੀਂ ਸਿੱਖ ਕਹਾਉਣ ਵਾਲੇ ਆਉਂਦੇ ਹਾਂ, ਬਲਕਿ ਹੋਰਨਾਂ ਮਤਾਂ ਦੇ ਲੋਕ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਆਉਂਦੇ ਨੇ। ਬਹੁਤੇ ਅਸੀਂ ਸੰਸਾਰਕ ਦਾਤਾਂ ਮੰਗਣ ਵਾਸਤੇ ਆਉਂਦੇ ਹਾਂ। ਅਧਿਕਾਰੀ ਜੈਸਾ ਕੋਈ ਹੋਵੇਗਾ, ਵੈਸੀ ਦਾਤ ਸਤਿਗੁਰੂ ਦੇ ਪਾਸੋਂ ਮਿਲੇਗੀ। ਸਤਿਗੁਰ ਨੂੰ ਜਿਹਾ ਕੋ ਇੱਛਦਾ, ਤੇਹਾ ਫਲ ਪਾਏ ਕੋਏ। ਜਿਹੋ ਜਿਹੀ ਇੱਛਾ ਭਾਵਨਾ ਸਤਿਗੁਰੂ ਕੋਲ ਕੋਈ ਕਰਦਾ ਹੈ, ਵੈਸਾ ਹੀ ਫਲ ਕੋਈ ਪ੍ਰਾਪਤ ਕਰਦਾ ਹੈ। ਜੋ ਸਤਸੰਗੀ ਬਣ ਕੇ ਸਤਿਗੁਰੂ ਦੇ ਬਚਨ ਸੁਣਦਾ ਹੈ, ਉਹਦੇ ਮਨ ਦੇ ਉੱਪਰ ਅਸਰ ਪੈ ਜਾਂਦਾ ਅਤੇ ਫਿਰ ਉਹ ਵੱਡੀ ਦਾਤ ਦਾ ਅਧਿਕਾਰੀ ਬਣਦਾ ਹੈ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ, ਗੁਰ ਤੇ ਗਿਆਨ ਪਾਏ ਜਨ ਕੋਏ। ਕੋਏ ਦਾ ਅਰਥ ਕੋਈ ਕਿਤੇ। ਗੁਰੂ ਮਹਾਰਾਜ ਦੇ ਪਾਸੋਂ, ਗੁਰਾਂ ਦੁਆਰਾ ਕੋਈ ਜਨ, ਵਿਰਲਾ ਜਨ ਜਾਨੀ ਕੋਈ ਜਨ ਹੈ ਐਸਾ ਜੋ ਗਿਆਨ ਪ੍ਰਾਪਤ ਕਰਦਾ ਹੈ। ਗਿਆਨ ਕੇਵਲ ਅਖਰੀ ਗਿਆਨ ਨਹੀਂ, ਗਿਆਨ ਆਤਮ ਗਿਆਨ। ਗਿਆਨ ਜਾਣਕਾਰੀ ਦਾ ਨਾਮ ਹੈ। ਇੱਕ ਜਾਣਕਾਰੀ ਬਾਹਰੀ ਹੈ, ਦੁਨੀਆਦਾਰੀ ਵਾਲੀ ਜਾਣਕਾਰੀ ਹੈ। ਇੱਕ ਜਾਣਕਾਰੀ ਧਾਰਮਿਕ ਹੈ, ਧਰਮ ਦੀ, ਅਧਿਆਤਮਵਾਦ ਦੀ। ਉਹ ਜਾਣਕਾਰੀ ਪ੍ਰਾਪਤ ਕਰਕੇ ਮੇਰੇ ਵਰਗੇ ਹੋਰ ਸੰਸਾਰ ਨੂੰ ਸੁਣਾਉਂਦੇ ਨੇ, ਪਰ ਅਜੇ ਆਪਣੇ ਅੰਦਰੋਂ ਜਿਹੜਾ ਗਿਆਨ, ਅੰਦਰਲਾ ਗਿਆਨ, ਅਨੁਭਵੀ ਗਿਆਨ, ਨਿਰਾਵਰਨ ਗਿਆਨ, ਇਹਨੂੰ ਕਹਿੰਦੇ ਨੇ ਪ੍ਰੋਖ ਅਤੇ ਅਪਰੋਖ ਗਿਆਨ। ਇੱਕ ਬਾਹਰੀ ਗਿਆਨ ਹੈ ਬ੍ਰਹਮ ਵਿੱਦਿਆ, ਅੱਖਰਾਂ ਦੁਆਰਾ ਪੜ੍ਹ ਕੇ ਉਸਤਾਦਾਂ ਤੋਂ ਉਹ ਪ੍ਰਾਪਤ ਕੀਤਾ ਜਾਂਦਾ ਹੈ। ਇੱਕ ਹੈ ਜੋ ਬਖਸ਼ਿਸ਼ ਹੋਣੀ ਹੈ, ਆਤਮਾ ਦਾ ਗਿਆਨ ਹੋਣਾ, ਪਰਮਾਤਮਾ ਵਿੱਚ ਲੀਨਤਾ ਹੋ ਜਾਣੀ, ਸਾਰੇ ਵਿਕਾਰ ਮਿਟ ਜਾਣੇ, ਉਹ ਅਵਸਥਾ, ਉਹਨੂੰ ਕਹਿੰਦੇ ਨੇ ਗੁਰ ਤੇ ਗਿਆਨ ਪਾਏ ਜਨ ਕੋਏ। ਕੋਈ ਜਨ ਵਿਰਲਾ ਹੈ ਜੋ ਸਤਿਗੁਰਾਂ ਦੇ ਪਾਸੋਂ ਗਿਆਨ ਪ੍ਰਾਪਤ ਕਰਦਾ। ਗੁਰ ਤੇ ਬੂਝੈ ਸੀਝੈ ਸੋਏ। ਜਿਹੜਾ ਗੁਰਾਂ ਦੁਆਰਾ ਬੁੱਝ ਲੈਂਦਾ ਜੀਵਨ ਮਨੋਰਥ ਨੂੰ, ਅਸਲ ਤੱਤ ਨੂੰ, ਕਿ ਮੈਂ ਕਿਸ ਵਾਸਤੇ ਆਇਆ, ਕੀ ਕਰਨਾ ਚਾਹੀਦਾ, ਕੀ ਮੇਰੀ ਮੰਜ਼ਿਲ ਹੈ, ਕਿੱਧਰ ਨੂੰ ਜਾਣਾ ਚਾਹੀਦਾ, ਕਿੱਧਰੋਂ ਹਟਣਾ ਚਾਹੀਦਾ। ਇੱਕ ਤਾਂ ਹੁੰਦਾ ਦਿਮਾਗੀ ਗਿਆਨ, ਦਿਮਾਗੀ ਤੌਰ 'ਤੇ ਸਮਝਣਾ। ਉਸ ਸਮਝ ਬਾਰੇ ਕਿਹਾ, ਕਬੀਰ ਮਨ ਜਾਣਤ ਸਭ ਬਾਤ। ਕਈ ਵਾਰੀ ਅਸੀਂ ਸੰਸਾਰੀ ਆਮ ਜਿਹੜੇ ਜੀਵ ਹਾਂ, ਉਹ ਕੁਛ ਜਾਣਦੇ ਹੁੰਦੇ ਵੀ ਨਹੀਂ ਕਮਾਉਂਦੇ ਉਸ, ਅਤੇ ਕੁਝ ਬੜੀ ਵਿੱਦਿਆ ਪੜ੍ਹ ਕੇ ਵੀ ਬੜੀ ਜਾਣਕਾਰੀ, ਬੜਾ ਗਿਆਨ ਹਾਸਲ, ਬੜਾ ਲੋਕਾਂ ਨੂੰ ਸੁਣਾ ਵੀ ਲਿਆ। ਹੁਣ ਉਹ ਬੰਦੇ ਨੂੰ ਸਮਝਿਆ ਜਾਏਗਾ ਨਾ ਵੀ ਇਹ ਬਹੁਤਾ ਕੁਝ ਜਾਣਦਾ। ਹਜ਼ੂਰ ਕਹਿੰਦੇ ਨੇ, ਮਨ ਕਰਕੇ ਦਿਮਾਗ ਤੌਰ 'ਤੇ ਸਾਰੀ ਗੱਲ ਜਾਣਦਾ, ਪਰ ਜਾਣਤ ਹੀ ਔਗਣ ਕਰੇ। ਜਾਣਦਾ ਬੁੱਝਦਾ ਹੋਇਆ ਹੀ ਇਹ ਔਗਣ ਕਰਦਾ, ਮਾੜੇ ਕਰਮ ਕਰਦਾ। ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ, ਯਾਨੀ ਕਰਨੀ ਉਹ ਨਹੀਂ। ਇੱਥੇ ਬੁੱਝਣ ਦਾ ਅਰਥ ਕਰਨੀ ਹੈ। ਜਿਹਦੇ ਮਨ ਨੇ ਬੁੱਝ ਲਿਆ ਜੀਵਨ ਦਾ ਭੇਦ, ਸਤਿਗੁਰੂ ਦੇ ਪਾਸੋਂ ਜਿਹਨੇ ਬੁੱਝ ਲਿਆ ਹੈ ਵੀ ਆਹ ਕਰਨਾ ਚਾਹੀਦਾ, ਨਾਮ ਹੀ ਵੱਡੀ ਦੌਲਤ ਹੈ, ਆਤਮ ਗਿਆਨ ਵਿੱਚ ਹੀ ਸੁੱਖ ਹੈ। ਗੁਰ ਤੇ ਬੂਝੈ ਸੀਝੈ ਸੋਏ। ਸਿੱਝਣ ਨਾਲ ਹੁੰਦਾ ਕਾਮਯਾਬ ਹੋਣਾ,
ਸੀਜਣਾ ਸਿੱਝਣਾ ਕਾਮਯਾਬ ਹੋਣਾ। ਉਹ ਜੀਵ ਸਿੱਝਦਾ ਹੈ, ਕਾਮਯਾਬ ਹੋ ਜਾਂਦਾ, ਸਫਲ ਹੋ ਜਾਂਦਾ, ਵਾਹਿਗੁਰੂ ਦੇ ਦਰ 'ਤੇ ਫਿਰ ਕਬੂਲ ਪੈ ਜਾਂਦਾ, ਪ੍ਰਵਾਨ ਚੜ੍ਹ ਜਾਂਦਾ ਉਹਦਾ ਜੀਵਨ। ਗੁਰ ਤੇ ਸਹਿਜ ਸਾਚ ਵਿਚਾਰ। ਗੁਰਾਂ ਦੁਆਰਾ ਇੱਕ ਤਾਂ ਮਿਲਦਾ ਸਹਿਜ ਟਿਕਾਊ, ਸ਼ਾਂਤੀ, ਮਾਨਸਿਕ ਅਡੋਲਤਾ, ਆਤਮ ਗਿਆਨ ਵੀ ਐਸਾ ਇਹਦਾ ਅਰਥ। ਸਾਚ ਵਿਚਾਰ, ਜੋ ਸੱਚ ਸਰੂਪ ਵਾਹਿਗੁਰੂ ਹੈ ਉਸ ਦਾ ਵਿਚਾਰ, ਸੱਚੀ ਵਿਚਾਰ, ਸੱਚ ਦੀ ਵਿਚਾਰ, ਸੱਚ ਸਰੂਪ ਪਰਮਾਤਮਾ ਦੀ ਵਿਚਾਰ ਉਸ ਨੂੰ ਪ੍ਰਾਪਤ ਹੁੰਦੀ। ਗੁਰ ਤੇ ਪਾਏ ਮੁਕਤ ਦੁਆਰ। ਐਸਾ ਜਿਹੜਾ ਗਿਆਨ ਵਾਲੇ ਮਾਰਗ 'ਤੇ ਚੱਲਣ ਵਾਲਾ ਨਾ, ਵੱਡੀ ਦਾਤ ਦਾ ਅਧਿਕਾਰੀ, ਉਹ ਫਿਰ ਗੁਰ ਤੇ ਪਾਏ ਮੁਕਤ ਦੁਆਰ। ਗੁਰਾਂ ਦੁਆਰਾ ਮੁਕਤੀ ਦਾ ਦਰਵਾਜ਼ਾ, ਜਿਸ ਦਰਵਾਜ਼ੇ ਲੰਘ ਕੇ ਮੁਕਤ ਹੋਣਾ, ਛੁਟਕਾਰਾ ਹੋ ਜਾਣਾ, ਵਿਕਾਰਾਂ ਤੋਂ ਖਲਾਸੀ ਤੇ ਜੰਮਣ ਮਰਨ ਤੋਂ ਖਿਹੜਾ ਛੁੱਟ ਜਾਣਾ, ਉਹ ਸਤਿਗੁਰਾਂ ਦੁਆਰਾ ਉਹ ਦਰਵਾਜ਼ਾ ਪ੍ਰਾਪਤ ਕਰ ਲੈਂਦਾ। ਉਹ ਗਿਆਨ ਹੈ। ਮੁਕਤ ਹੋਣ ਦਾ ਦਰਵਾਜ਼ਾ ਆਤਮਾ ਦਾ ਗਿਆਨ ਹੈ, ਪਰਮਾਤਮਾ ਦਾ ਗਿਆਨ ਹੈ। ਸੋ ਇਸ ਪ੍ਰਕਾਰ ਜਿਸ ਦਰਵਾਜ਼ੇ ਰਾਹੀਂ ਲੰਘ ਕੇ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਪਾਏ। ਰਾਈ ਦਾ ਦਾਣਾ ਹੁੰਦਾ ਜਿਵੇਂ ਤੋਰੀਏ ਦਾ ਦਾਣਾ, ਸਰੋਂ ਦਾ ਦਾਣਾ ਛੋਟਾ ਜਿਹਾ, ਰਾਈ ਦੇ ਦਾਣੇ ਤੋਂ ਵੀ 10ਵਾਂ ਹਿੱਸਾ ਇੰਨਾ ਬਰੀਕ ਆ, ਕਹਿੰਦੇ ਮੁਕਤੀ ਦਾ ਦਰਵਾਜ਼ਾ। ਮਨ ਤੋਂ ਮੈਗਲ ਹੋਏ ਰਹੇ ਹੋ ਨਿਕਸਿਓ ਕਹਿ ਕਰ ਜਾਏ। ਮਨ ਬਣ ਰਿਹਾ ਹਾਥੀ ਮੋਟਾ ਹੰਕਾਰੀ, ਤੇ ਇਸ ਦਰਵਾਜ਼ੇ ਵਿੱਚ ਦੀ ਕਿਵੇਂ ਪ੍ਰਵੇਸ਼ ਕਰ ਸਕਦਾ? ਤਾਂ ਕਬੀਰ ਜੀ ਕਹਿੰਦੇ ਨੇ ਵੀ ਜੇ ਗੁਰੂ ਦੀ ਬਖਸ਼ਿਸ਼ ਹੋ ਜਾਏ, ਗੁਰੂ ਪੂਰਾ ਮਿਲ ਜਾਏ ਤੇ ਉਸ ਦੇ ਅਨੁਸਾਰ ਹੋ ਜਾਈਏ, ਮਨ ਝੁਕ ਜਾਏ ਗੁਰੂ ਅੱਗੇ, ਮਨ ਗੁਰੂ ਦੇ ਅਨੁਸਾਰੀ ਹੋ ਜਾਏ, ਤਾਂ ਮੁਕਤ ਦੁਆਰਾ ਮੋਕਲਾ ਸਹਿਜ ਆਵੋ ਜਾਓ। ਫਿਰ ਸੁਦੇ ਸਿੱਧੀ ਆਉਣਾ ਜਾਣਾ, ਮੁਕਤੀ ਦਾ ਦਰਵਾਜ਼ਾ ਜਿਵੇਂ ਪ੍ਰਾਪਤ ਹੋ ਜਾਂਦਾ। ਪੂਰਾ ਭਾਗ ਮਿਲੇ ਗੁਰ ਆਏ। ਉਹ ਗੁਰੂ ਸਾਹਿਬ ਕਿਵੇਂ ਮਿਲਦੇ ਨੇ ਜੀ? ਤਾਂ ਹਜ਼ੂਰ ਕਹਿੰਦੇ ਨੇ ਭਈ ਪੂਰਨ ਭਾਗ ਭਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ। ਪੂਰੇ ਭਾਗ ਭਾਵ ਪਿਛਲੇ ਜਨਮਾਂ ਦੇ ਕਰਮ ਬਹੁਤ ਪ੍ਰਬਲ ਹੋਣ, ਸਾਧਨ ਕੀਤੇ ਹੋਏ ਹੋਣ, ਭਾਵਨਾ ਬੜੀ ਰਹੀ ਹੋਵੇ ਪਿਛਲੇ ਜਨਮਾਂ 'ਚ, ਤੇ ਫਿਰ ਉਹ ਭਾਗ ਫਲ ਦੇਣ ਨੂੰ ਜਦੋਂ ਤਿਆਰ ਹੋ ਜਾਣਾ, ਉਹਨਾਂ ਕਰਮਾਂ ਦਾ ਫਲ ਇਸ ਜਨਮ 'ਚ, ਪੂਰਬਲੇ ਮਹਾਨ ਕਰਮ ਜਿਨ੍ਹਾਂ ਦਾ ਫਲ ਇਸ ਜਨਮ 'ਚ ਮਿਲਣਾ ਹੈ, ਮਸਤਕ 'ਤੇ ਪੂਰੇ ਭਾਗ ਲਿਖੇ ਹੋਏ ਹੋਣ, ਪੂਰਿਆਂ ਭਾਗਾਂ ਦੁਆਰਾ ਗੁਰੂ ਸਾਹਿਬ ਆ ਮਿਲਦੇ ਹਨ। ਸਾਚੈ ਸਹਿਜ ਸਾਚ ਸਮਾਏ। ਸੱਚੇ ਅਕਾਲ ਪੁਰਖ ਦੇ ਗਿਆਨ ਦੁਆਰਾ, ਸੋ ਸੱਚ ਨਾਲ ਜੁੜ ਕੇ ਮਾਨਸਿਕ ਅਡੋਲਤਾ 'ਚ ਪਹੁੰਚ ਕੇ ਤੇ ਸੱਚ ਸਰੂਪ ਵਾਹਿਗੁਰੂ ਵਿੱਚ ਹੀ ਉਹ ਸਮਾ ਜਾਂਦਾ ਹੈ। ਰਹਾਓ ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਏ। ਸਤਿਗੁਰੂ ਮਹਾਰਾਜ ਨੂੰ ਜੋ ਮਿਲ ਪੈਂਦਾ ਹੈ, ਗੁਰੂ ਦੇ ਮਿਲਾਪ ਦੁਆਰਾ ਉਹ ਸੇਵਕ ਆਪਣੇ ਅੰਦਰੋਂ ਜਿਹੜੀ ਤ੍ਰਿਸ਼ਨਾ ਰੂਪ ਅੱਗ ਮੱਚਦੀ ਪਈ ਆ ਨਾ, ਇਸ ਨੂੰ ਉਹ ਬੁਝਾ ਲੈਂਦਾ ਹੈ। ਸਤਿਗੁਰੂ ਨੂੰ ਮਿਲੀਏ ਨਾ ਅੰਦਰੋਂ ਭਾਵਨਾ ਸਹਿਤ, ਫਿਰ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਗੁਰ ਤੇ ਸ਼ਾਂਤ ਵਸੈ ਮਨ ਆਏ। ਗੁਰਾਂ ਦੁਆਰਾ ਫਿਰ ਸ਼ਾਂਤੀ ਮਨ ਵਿੱਚ ਆ ਕੇ ਵਸ ਜਾਂਦੀ ਹੈ। ਸ਼ਾਂਤੀ ਤੇ ਕ੍ਰੋਧ ਦਾ ਵਿਰੋਧ ਹੈ। ਤ੍ਰਿਸ਼ਨਾ ਬੁੱਝ ਜਾਏ, ਵਿਕਾਰ ਕ੍ਰੋਧ ਆਦਿਕ ਬੁੱਝ ਜਾਏ, ਅੰਦਰ ਫਿਰ ਸੀਤਲ ਹੋ ਜਾਂਦਾ, ਅੰਦਰ ਸ਼ਾਂਤੀ ਮਨ 'ਚ ਆ ਕੇ ਵਸ ਜਾਂਦੀ ਹੈ। ਗੁਰ ਤੇ ਪਵਿੱਤ ਪਾਵਨ ਸੋਚ ਹੋਏ। ਗੁਰੂ ਦੁਆਰਾ ਉਹ ਜੀਵ ਪਵਿੱਤਰ, ਪਵਿੱਤਰ ਤੋਂ ਪਵਿੱਤਰ, ਪਾਵਨ ਸੁੱਚ ਹੋਏ। ਪਵਿੱਤਰਤਾ ਉਹਦੇ ਅੰਦਰ ਆ ਜਾਂਦੀ ਹੈ ਬਹੁਤ ਜ਼ਿਆਦਾ। ਜਿਹੜੀ ਨਾਮ ਦੀ ਸੁੱਚ ਪਵਿੱਤਰਤਾ ਹੈ, ਇਹਦੇ ਰਾਹੀਂ ਉਹ ਪਵਿੱਤਰ ਤੋਂ ਪਵਿੱਤਰ ਹੋ ਜਾਂਦਾ ਹੈ। ਪੁਨੀਤ ਸ਼ਬਦ ਪਵਿੱਤਰਤਾ ਵਾਸਤੇ ਬੜਾ ਉੱਚਾ ਮੰਨਿਆ, ਪਾਵਨ ਸ਼ਬਦ ਬੜਾ ਉੱਚਾ ਮੰਨਿਆ ਪਵਿੱਤਰਤਾ ਵਾਸਤੇ। ਇਹ ਸਾਰੇ ਸ਼ਬਦ ਪ੍ਰਯਵਾਚੀ ਨੇ। ਪਵਿੱਤਰ, ਪਾਵਨ, ਪੁਨੀਤ, ਸੁੱਚਾ, ਐਸਾ ਉਹਦੇ ਅੰਦਰ ਸੁੱਚ ਪਵਿੱਤਰਤਾ ਕਾਇਮ ਹੋ ਜਾਂਦੀ ਹੈ। ਗੁਰ ਤੇ ਸ਼ਬਦ ਮਿਲਾਵਾ ਹੋਏ। ਗੁਰਾਂ ਦੁਆਰਾ ਹੀ ਸ਼ਬਦ ਬ੍ਰਹਮ ਦੇ ਵਿੱਚ ਮਿਲਾਵਾ ਮਿਲਾਪ ਹੁੰਦਾ ਹੈ। ਅਤੇ ਗੁਰਾਂ ਦੁਆਰਾ ਜਦੋਂ ਸ਼ਬਦ ਮਿਲਦਾ ਹੈ, ਉਪਦੇਸ਼ ਮਿਲਦਾ, ਗੁਰੂ ਕੀ ਬਾਣੀ ਪ੍ਰਾਪਤ ਹੁੰਦੀ ਹੈ, ਅਤੇ ਇਸ ਬਾਣੀ ਦੁਆਰਾ, ਇਸ ਉਪਦੇਸ਼ ਦੁਆਰਾ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ। ਮਿਲ ਪ੍ਰੀਤਮ ਸਾਚੇ ਗੁਣ ਗਾਵਾਂ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਬਈ ਮੇਰੇ ਅੰਦਰ ਵੀ ਇਹ ਤੀਬਰ ਤਾਂਘ ਹੈ ਕਿ ਮੈਂ ਮਿਲ ਕੇ ਪ੍ਰੀਤਮ, ਪ੍ਰੀਤ ਕਰਨ ਜੋ ਗੁਰਾਂ ਨੂੰ ਅਤੇ ਸੱਚੇ ਅਕਾਲ ਪੁਰਖ ਦੇ ਗੁਣ ਹੀ ਗਾਉਂਦਾ ਰਹਾਂ। ਨਾਨਕ ਸਾਚੇ ਸਾਜ ਸਮਾਵਾਂ।
ਸੱਚੇ ਗੁਰਾਂ ਦੁਆਰਾ ਅਥਵਾ ਸੱਚੇ ਨਾਮ ਦੁਆਰਾ ਮੈਂ ਸੱਚ ਸਰੂਪ ਪਰਮਾਤਮਾ ਵਿੱਚ ਹੀ ਸਮਾ ਜਾਵਾਂ, ਜਾਂ ਜਿਨ੍ਹੇ ਮਿਲ ਕੇ ਪ੍ਰੇਮ ਕਰਨ ਵਾਲੇ ਗੁਰਾਂ ਨਾਲ ਪ੍ਰੀਤ ਕਰਨ ਦੇ ਯੋਗ ਜਿਹੜੇ ਸਤਿਗੁਰੂ ਨੇ ਮਿਲ ਕੇ ਜਿਨ੍ਹੇ ਸੱਚੇ ਅਕਾਲ ਪੁਰਖ ਦੇ ਗੁਣ ਗਾਏ ਹਨ, ਉਹ ਸੱਚੇ ਗੁਰਾਂ ਦੁਆਰਾ ਸੱਚੇ ਨਾਮ ਦੁਆਰਾ ਸੱਚ ਸਰੂਪ ਪਰਮਾਤਮਾ ਵਿੱਚ ਹੀ ਸਮਾ ਗਿਆ ਹੈ। ਗੌੜੀ ਗਵਾਰੇਰੀ ਮਹੱਲਾ ਤੀਜਾ। ਗੌੜੀ ਰਾਗ ਹੈ, ਇਸ ਦੀ ਵੰਨਗੀ ਗਵਾਰੇਰੀ ਹੈ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਬਚਨ ਫਰਮਾਉਂਦੇ ਨੇ, ਸੋ ਥਾਓ ਸੱਚ ਮਨ ਨਿਰਮਲ ਹੋਏ। ਉਹ ਕਿਹੜਾ ਸਥਾਨ ਹੈ ਜੀ ਜਿੱਥੇ ਬੈਠਿਆਂ ਮਨ ਨਿਰਮਲ ਹੋ ਜਾਂਦਾ? ਤਾਂ ਸਤਿਗੁਰੂ ਕਹਿੰਦੇ ਨੇ ਉਹ ਸ੍ਰੇਸ਼ਟ ਥਾਂ ਹੈ ਸੱਚ। ਮਨ ਦਾ ਵਾਸਾ ਸੱਚ ਵਿੱਚ ਹੋਏ ਤੇ ਮਨ ਨਿਰਮਲ ਹੋਏਗਾ, ਜਿੱਥੇ ਹਮੇਸ਼ਾ ਸੱਚ ਹੀ ਬਰਸਦਾ ਹੈ। ਸਤ ਸੰਗਤ ਸਥਾਨ ਜਿੱਥੇ ਸੱਚ ਦੀ ਹੀ ਗੱਲ ਹੋਵੇ। ਹਜ਼ੂਰ ਨੇ ਕਿਹਾ ਹੀ ਉਸ ਨੂੰ ਹੈ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ। ਸ੍ਰੇਸ਼ਟ ਥਾਂ ਤਾਂ ਉਹੀ ਹੈ ਫਿਰ, ਜਿੱਥੇ ਸਤ ਅਸਤ ਦੀ ਵਿਚਾਰ ਹੁੰਦੀ ਹੈ, ਸੱਚੇ ਪਰਮਾਤਮਾ ਨਾਲ ਜੁੜਨ ਦੀ ਗੱਲ ਚੱਲਦੀ ਹੈ, ਜਿੱਥੇ ਇੱਕ ਨਾਮ ਹੀ ਕਥਨ ਹੁੰਦਾ, ਪਰਮਾਤਮਾ ਦਾ ਨਾਮ ਹੀ ਗਾਇਆ ਜਾਂਦਾ ਹੈ, ਉਹ ਸਤ ਸੰਗਤ ਹੈ। ਸੋ ਇਸ ਪ੍ਰਕਾਰ ਉਹ ਸ੍ਰੇਸ਼ਟ ਥਾਂ ਹੈ ਪ੍ਰਤੱਖ ਰੂਪ 'ਚ, ਅਤੇ ਸ੍ਰੇਸ਼ਟ ਉਹ ਥਾਂ ਹੈ ਜਿਸ ਨੂੰ ਸੱਚ ਕਿਹਾ ਜਾਂਦਾ ਹੈ। ਅਤੇ ਮਨ ਦਾ ਵਾਸਾ ਉਸ ਸੱਚ ਰੂਪੀ ਸ੍ਰੇਸ਼ਟ ਥਾਂ 'ਤੇ ਹੋਏ ਤਾਂ ਮਨ ਨਿਰਮਲ ਹੋਏਗਾ। ਮਨ ਵਿੱਚ ਸੱਚ ਵਸੇ, ਮਨ ਸੱਚ ਵਿੱਚ ਵਸ ਜਾਏ, ਸੱਚ ਨਾਲ ਜੁੜ ਜਾਏ ਅਤੇ ਤਾਂ ਹੀ ਮਨ ਨਿਰਮਲ ਹੋਏਗਾ। ਮਨੋਂ ਤਨੋਂ ਸਤ ਸੰਗਤ ਸਥਾਨ 'ਤੇ ਜੁੜੀਏ ਜਾ ਕੇ ਤਾਂ ਉੱਥੋਂ ਮੈਲ ਉਤਰੇਗੀ ਅਤੇ ਮਨ ਨਿਰਮਲ ਹੋਏਗਾ। ਸੱਚ ਨਿਵਾਸ ਕਰੇ ਸੱਚ ਸੋਏ। ਇੱਕ ਥੋੜ੍ਹੀ ਜਿਹੀ ਬੇਨਤੀ ਕਰਦੇ ਹਾਂ, ਅਸਥਾਨ ਭੇਦ ਹੈਗਾ। ਜੇ ਕੋਈ ਕਵੇ ਨਾ ਵੀ ਵੇਖੋ ਜੀ ਉੱਥੇ ਗੁਰਦੁਆਰਾ ਸਾਹਿਬ ਜਾ ਕੇ ਵੀ ਪਰਮਾਤਮਾ ਦਾ ਨਾਮ ਹੀ ਜਪਣਾ, ਇੱਥੇ ਜਪ ਲਈਏ। ਹਰਿਮੰਦਰ ਸਾਹਿਬ ਦੀ ਕੀ ਮਹਾਨਤਾ ਜੀ, ਉਹ ਵੀ ਗੁਰਦੁਆਰਾ ਸਾਹਿਬ ਹੈ ਅਤੇ ਸਾਡੇ ਪਿੰਡ ਵੀ ਹੈ ਗੁਰਦੁਆਰਾ ਸਾਹਿਬ। ਇੱਕ ਉਦਾਹਰਨ ਇਸ ਸੰਬੰਧ 'ਚ ਉਹ ਇਹ ਹੈ ਕਿ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਦਿੱਲੀ ਸ਼ਹਿਰ ਦੇ ਪ੍ਰੇਮੀਆਂ ਨੂੰ, ਕਈਆਂ ਨੂੰ ਪੁੱਛਿਆ ਸੀ ਵੀ ਜਿੱਥੇ ਜਿੱਥੇ ਤੁਸੀਂ ਰਹਿੰਦੇ ਹੋ, ਤਰਲੋਕਪੁਰੀ, ਪ੍ਰੀਤਮਪੁਰੀ ਕਲੋਨੀਆਂ 'ਚ, ਪ੍ਰੀਤਮਪੁਰਾ ਕਲੋਨੀ ਇਤਿਆਦਿਕ ਵੱਖਰੇ ਵੱਖਰੇ ਥਾਵਾਂ 'ਤੇ ਉੱਥੇ ਵੀ ਗੁਰਦੁਆਰਾ ਸਾਹਿਬ ਹਨ, ਉੱਥੇ ਵੀ ਰੋਜ਼ ਆਸਾ ਦੀ ਵਾਰ ਦਾ ਕੀਰਤਨ ਹੁੰਦਾ। ਫਿਰ ਤੁਸੀਂ ਇੰਨਾ ਲੰਬਾ ਪੰਧ ਕਰਕੇ, ਇੰਨਾ ਲੰਮਾ ਪੈਂਡਾ ਮਾਰ ਕੇ ਅਤੇ ਇੱਥੇ ਸੀਸਗੰਜ ਸਾਹਿਬ ਜਾਂ ਬੰਗਲਾ ਸਾਹਿਬ ਸਥਾਨ 'ਤੇ ਪਹੁੰਚਦੇ ਹੋ, ਇਹਦਾ ਕੀ ਕਾਰਨ? ਉਹਨਾਂ ਕਿਹਾ ਸੀ, ਗਿਆਨੀ ਜੀ ਜੋ ਆਨੰਦ ਇੱਥੇ ਆਉਂਦਾ ਉਹ ਉੱਥੇ ਨਹੀਂ ਆਉਂਦਾ। ਭਾਵੇਂ ਉਹੀ ਗੁਰੂ ਕੀ ਬਾਣੀ ਦਾ ਕੀਰਤਨ ਉੱਥੇ ਹੁੰਦਾ, ਪਰ ਪਤਾ ਨਹੀਂ ਕੀ ਗੱਲ ਇੱਥੇ ਕਿਉਂ ਆਨੰਦ ਆਉਂਦਾ। ਇਹ ਅਸਥਾਨ ਭੇਦ ਵੀ ਹੈ। ਸਤਿਗੁਰੂ ਮਹਾਰਾਜ ਨੇ ਪਵਿੱਤਰ ਸੀਸ ਉੱਥੇ ਦਿੱਤਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਮੁਬਾਰਕ ਚਰਨ ਉੱਥੇ ਬੰਗਲਾ ਸਾਹਿਬ ਪਏ, ਉਹਨਾਂ ਉੱਥੇ ਆਪਣਾ ਪਵਿੱਤਰ ਜਾਮਾ ਤਿਆਗਿਆ। ਇਸੇ ਤਰ੍ਹਾਂ ਹਰਿਮੰਦਰ ਸਾਹਿਬ ਬਾਰੇ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਇੱਕ ਬਚਨ ਲਿਖਿਆ ਕਿ ਇਸਲਾਮ ਦਾ ਪੈਰੋਕਾਰ ਇੱਕ ਪੀਰ ਫਕੀਰ, ਇੱਕ ਮੁਸਲਮਾਨ ਧਰਮ ਦਾ, ਉਹਨੇ ਕਾਫੀ ਸਮਾਂ ਅੰਮ੍ਰਿਤਸਰ ਸਾਹਿਬ ਗੁਜ਼ਾਰਿਆ ਅਤੇ ਉਹ ਪਰਿਕਰਮਾ 'ਚ ਬੈਠਾ ਰਹਿੰਦਾ ਸੀ ਅਤੇ ਉਹ ਅਵਸਥਾ ਵਾਲਾ ਵੀ ਸੀ। ਉਹਦੇ ਕੋਲ ਕੁਝ ਅਧਿਆਤਮਿਕ ਸ਼ਕਤੀ ਵੀ ਸੀ, ਰੂਹਾਨੀਅਤ ਸੀ ਉਹਦੇ ਪਾਸ। ਉਹ ਕਹਿੰਦੇ ਵੀ ਮੇਰੇ ਨਾਲ ਉਹਦੀ ਜਾਣ ਪਛਾਣ ਬਣ ਗਈ ਸੀ ਅਤੇ ਭਾਈ ਸਾਹਿਬ ਕੁਝ ਧੁਰੋਂ ਹੀ ਬਰਾਗ ਲੈ ਕੇ ਆਏ ਸਨ। ਭਾਈ ਵੀਰ ਸਿੰਘ ਜੀ, ਉਹਨਾਂ ਦੇ ਦਾਦਾ ਜੀ ਬੜੇ ਬੰਦਗੀ ਵਾਲੇ ਸੀ, ਪਿਤਾ ਜੀ ਵੀ ਬੜੇ ਗੁਰਮੁਖ ਵਿਦਵਾਨ ਸਨ, ਨਾਨਾ ਜੀ ਬੜੇ ਵਿਦਵਾਨ ਸਨ ਅਤੇ ਭਾਈ ਵੀਰ ਸਿੰਘ ਜੀ ਵੀ ਚੰਗੀ ਕਮਾਈ ਵਾਲੇ, ਪਿਛਲੇ ਜਨਮਾਂ ਦੀ ਕੋਈ ਤਗੜੀ ਰੂਹ ਸੀ। ਇਸ ਕਰਕੇ ਉਹ ਕਹਿੰਦੇ ਸਾਡਾ ਚਿੱਤ ਦੁਨੀਆ ਤੋਂ ਕਈ ਵਾਰੀ ਬਹੁਤਾ ਉਪਰਾਮ ਹੋ ਜਾਂਦਾ ਸੀ ਅਤੇ ਫਿਰ ਜਦੋਂ ਮੈਂ ਜ਼ਿਆਦਾ ਉਦਾਸ ਹੋ ਜਾਂਦਾ ਸੀ ਅਤੇ ਉਹ ਮੁਸਲਮਾਨ ਪੀਰ ਜੀ ਸਪੈਸ਼ਲ ਚੱਲ ਕੇ ਸਾਡੇ ਘਰ ਆ ਜਾਂਦੇ ਸੀ। ਕਦੇ ਅੰਮ੍ਰਿਤਸਰ ਸਾਹਿਬ ਜਾਓ ਅਤੇ ਭਾਈ ਸਾਹਿਬ ਡਾਕਟਰ ਵੀਰ ਸਿੰਘ ਦਾ ਘਰ ਉੱਥੇ ਹੈ ਅਤੇ ਮੈਂ ਦਾਸ ਨੇ ਦਰਸ਼ਨ ਕੀਤੇ ਹਨ ਉੱਥੇ, ਜਿੱਥੇ ਜਿੱਥੇ ਭਾਈ ਸਾਹਿਬ ਬੈਠ ਕੇ ਲਿਖਦੇ ਰਹੇ ਨੇ, ਜਿੱਥੇ ਉਹ ਪ੍ਰਕਾਸ਼ ਕਰਦੇ ਸਨ। ਬੜਾ ਖੁੱਲ੍ਹਾ ਥਾਂ। ਹੁਣ ਸ਼੍ਰੋਮਣੀ ਕਮੇਟੀ ਕੋਲ ਸਿੱਖ ਕੌਮ ਦੀ ਵਿਰਾਸਤ ਹੈ ਭਾਈ ਵੀਰ ਸਿੰਘ ਜੀ ਦਾ ਘਰ, ਅਤੇ ਉੱਥੇ ਕਹਿੰਦੇ ਆ ਜਾਂਦੇ ਸੀ ਉਹ ਪੀਰ ਜੀ, ਅਤੇ ਉਹ ਕਹਿੰਦੇ ਸੀ ਵੀਰ ਸਿੰਘ ਆ ਉਦਾਸ ਹੋ ਗਿਆ, ਤਾਂ ਮੈਂ ਚੁੱਪ ਰਹਿਣਾ ਅਤੇ ਉਹਨਾਂ ਨੇ ਮੇਰੀ ਬਾਂਹ 'ਤੇ ਹੱਥ ਫੇਰਨਾ, ਦੋਵਾਂ ਬਾਹਾਂ 'ਤੇ ਹੱਥ ਫੇਰਨਾ, ਧਰਵਾਸ ਦੇਣਾ, ਕੁਝ ਬਚਨ ਕਰਨੇ, ਅਤੇ ਛੇਤੀ ਹੀ ਮੇਰੀ ਸਾਰੀ ਉਦਾਸੀ ਦੂਰ ਹੋ ਜਾਂਦੀ ਸੀ।
ਤੇ ਉਹਨਾਂ ਨੂੰ ਪੁੱਛਿਆ ਸੀ ਭਾਈ ਵੀਰ ਸਿੰਘ ਨੇ ਕਿ ਤੁਸੀਂ ਇੱਥੇ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਕਿਉਂ ਰਹਿੰਦੇ ਹੋ? ਤੁਸੀਂ ਤਾਂ ਮੁਸਲਮਾਨ ਮਤ ਦੇ ਹੋ, ਇਸਲਾਮ ਦੇ ਪੈਰੋਕਾਰ ਹੋ, ਫਿਰ ਕਿਉਂ? ਉਹ ਕਹਿਣ ਲੱਗੇ ਵੀ ਜਿਹੜਾ ਇਸ ਮਾਰਗ ਦਾ ਪਾਂਧੀ ਹੈ ਨਾ, ਪਰਮਾਰਥ ਦੇ ਮਾਰਗ ਦਾ ਪਾਂਧੀ, ਉਹ ਆਪਣਾ ਨਿੱਜੀ ਤਜਰਬਾ ਕਰਕੇ ਵੇਖ ਸਕਦਾ। ਮੈਂ ਮੱਕੇ ਸ਼ਰੀਫ ਵੀ ਰਹਿ ਕੇ ਵੇਖਿਆ, ਹੋਰ ਵੀ ਕਈ ਸਥਾਨਾਂ 'ਤੇ ਮੈਂ ਮਹੀਨਾ 2 ਮਹੀਨੇ ਰਹਿ ਕੇ ਵੇਖਿਆ, ਪਰ ਇਸ ਅਸਥਾਨ ਵਰਗਾ ਇੱਥੇ ਮਾਤ ਲੋਕ ਤੇ ਹੋਰ ਕੋਈ ਨਹੀਂ। ਇੱਥੇ ਹਰਿਮੰਦਰ ਸਾਹਿਬ ਜਿੰਨੀ ਪਵਿੱਤਰਤਾ ਜਾਂ ਜਿੰਨਾ ਮਨ ਜੁੜਦਾ ਅਤੇ ਜਿੰਨੀ ਚਿੱਤ ਦੀ ਇਕਾਗਰਤਾ ਬਣਦੀ ਆ, ਜਿੰਨੀ ਬਖਸ਼ਿਸ਼ ਹੁੰਦੀ ਇੱਥੇ ਰਹਿੰਦੇ ਆ, ਉਹ ਹੋਰ ਕਿਤੇ ਨਹੀਂ। ਜੋ ਆਨੰਦ ਇੱਥੇ ਆ ਉਹ ਇੱਥੇ ਹੀ ਹੈ। ਆਨੰਦ ਤਾਂ ਵਾਹਿਗੁਰੂ ਦੇ ਨਾਮ ਦਾ ਹੀ ਹੈ, ਪਰ ਸਤਿਗੁਰਾਂ ਨੇ ਆਪ ਮੁਬਾਰਕ ਚਰਨ ਇੱਥੇ ਪਾਏ, ਆਪਣੀ ਹਯਾਤੀ ਵਿੱਚ ਇਹ ਸਥਾਨ ਬਣਾਇਆ, ਇੱਥੇ ਕੀਰਤਨ ਜਾਰੀ ਕੀਤਾ। ਕਿੱਡੇ ਕਿੱਡੇ ਮਹਾਨ ਬਾਬਾ ਬੁੱਢਾ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਹੋਰ ਅਨੇਕਾਂ ਗੁਰਮੁਖ ਇੱਥੇ ਹਜ਼ੂਰ ਆਪ ਕੀਰਤਨ ਕਰਦੇ ਰਹੇ। ਗੁਰੂ ਅਰਜਨ ਦੇਵ ਜੀ, ਸਿੱਖ ਬੜੇ ਬੜੇ ਮਹਾਨ ਇੱਥੇ ਕੀਰਤਨ ਗਾਇਆ ਉਹਨਾਂ ਨੇ। ਸੋ ਇਸ ਪ੍ਰਕਾਰ ਹੋਰ ਵੀ ਬੇਅੰਤ ਬਚਨ ਨੇ ਇਸ ਸੰਬੰਧ 'ਚ। ਸੋ ਸ੍ਰੇਸ਼ਟ ਥਾਂ ਹੈ ਜਿੱਥੇ ਵਾਹਿਗੁਰੂ ਦਾ ਕੀਰਤਨ ਹੁੰਦਾ ਹੈ, ਅਤੇ ਜਿਨ੍ਹਾਂ ਸਥਾਨਾਂ 'ਤੇ ਮਨ ਨਿਰਮਲ ਹੁੰਦਾ ਹੈ। ਸੋ ਥਾਓ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸੱਚ ਸੋਏ। ਜਿਹੜਾ ਸੱਚ ਦੇ ਵਿੱਚ ਨਿਵਾਸ ਕਰ ਲੈਂਦਾ, ਉਹ ਉਸ ਸੱਚ ਸਰੂਪ ਪਰਮਾਤਮਾ ਦਾ ਹੀ ਵਾਸਾ ਹੋ ਜਾਂਦਾ। ਜਿਹੜਾ ਸੱਚ ਦੇ ਵਿੱਚ ਨਿਵਾਸ ਕਰਦਾ ਉਹ ਵੀ ਸੱਚ ਹੀ ਹੈ, ਸੱਚ ਦਾ ਹੀ ਸੱਚ ਵਿੱਚ ਨਿਵਾਸ ਹੁੰਦਾ। ਜਿਹੜਾ ਕੂੜਿਆਰ ਹੈ ਉਹ ਸੱਚ ਦੇ ਵਿੱਚ ਨਹੀਂ ਬਹਿ ਸਕਦਾ। ਸੋ ਇਸ ਪ੍ਰਕਾਰ ਉਹ ਵੀ ਸੱਚ ਸਰੂਪ ਵਾਹਿਗੁਰੂ ਦਾ ਰੂਪ ਹੋ ਜਾਏਗਾ। ਸੱਚੀ ਬਾਣੀ ਜੁਗ ਚਾਰੇ ਜਾਪੈ। ਸਤਿਗੁਰਾਂ ਦੀ ਜਿਹੜੀ ਪਵਿੱਤਰ ਬਾਣੀ ਹੈ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤੋ ਸਲਾਹ ਵਾਲੀ ਜੋ ਬਾਣੀ ਹੈ, 4 ਯੁੱਗਾਂ ਦੇ ਵਿੱਚ ਹੀ ਮਹਾਨ ਜਾਣੀ ਜਾਂਦੀ ਹੈ। ਚਾਰੇ ਯੁੱਗਾਂ ਵਿੱਚ ਹੀ ਉਸ ਬਾਣੀ ਨੂੰ ਜਾਣਿਆ ਜਾਂਦਾ। ਸਭ ਕੁਛ ਸੱਚਾ ਆਪੇ ਆਪ ਹੈ, ਸਭ ਕੁਛ ਸੱਚਾ ਅਕਾਲ ਪੁਰਖ ਆਪ ਹੀ ਆਪ ਹੈ। ਆਪਣੇ ਆਪ ਤੋਂ ਆਪ ਰੂਪ ਹੈ, ਬਲਕਿ ਆਪਣੇ ਆਪੇ ਤੋਂ ਸਾਰਾ ਕੁਝ ਪਸਾਰਿਆ। ਕਰਮ ਹੋਵੇ ਸਤ ਸੰਗ ਮਿਲਾਏ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਵੀ ਜੇ ਵਾਹਿਗੁਰੂ ਦਾ ਕਰਮ ਹੋਵੇ, ਉਸ ਦੀ ਬਖਸ਼ਿਸ਼ ਹੋਵੇ, ਤੇ ਉਹ ਆਪਣੀ ਬਖਸ਼ਿਸ਼ ਕਰਕੇ ਸਤ ਸੰਗ ਵਿੱਚ ਮਿਲਾਉਂਦਾ ਹੈ। ਹਰ ਗੁਣ ਗਾਵੇ ਬੈਸ ਸੁਥਾਏ। ਫਿਰ ਉਹ ਵਿਅਕਤੀ ਇਸ ਸ੍ਰੇਸ਼ਟ ਸਥਾਨ 'ਤੇ ਬੈਠ ਕੇ ਨਾ ਸਤਸੰਗਤ ਵਿੱਚ ਵਾਹਿਗੁਰੂ ਹਰੀ ਦੇ ਗੁਣ ਗਾਉਂਦਾ ਹੈ। ਇਹ ਵਾਹਿਗੁਰੂ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਰਹਾਓ ਜਲਾਓ ਇਹ ਜਿਹਵਾ ਦੂਜੇ ਪਾਏ। ਮਹਾਰਾਜ ਕਹਿੰਦੇ ਇਹ ਜ਼ੁਬਾਨ, ਇਹ ਰਸਨਾ ਜੇ ਦਵੈਤ ਭਾਅ 'ਚ ਲੱਗੀ ਹੋਈ ਹੈ ਨਾ, ਜਿਹੜਾ ਖੋਟਾ ਪ੍ਰੇਮ ਹੈ, ਸੰਸਾਰ ਦਾ ਪ੍ਰੇਮ, ਅਤੇ ਉਹਦੀਆਂ ਗੱਲਾਂ ਕਰਦੀ, ਸੰਸਾਰ ਦੀਆਂ ਹੀ, ਅਤੇ ਰੱਬ ਦਾ ਨਾਮ ਹੀ ਨਹੀਂ ਬੋਲਦੀ, ਇਹ ਜ਼ਬਾਨ ਵੀ ਸੜ ਜਾਣੀ ਚਾਹੀਦੀ ਹੈ। ਜਲੋ ਇਹ ਜੇਵਾ ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ। ਜਿਹੜੀ ਰਸਨਾ ਵਾਹਿਗੁਰੂ ਦਾ ਨਾਮ ਨਹੀਂ ਉਚਾਰਨ ਕਰਦੀ, ਟੁਕੜੇ ਟੁਕੜੇ ਕਰ ਦੇਣੀ ਚਾਹੀਦੀ, ਥੋੜ੍ਹਾ ਥੋੜ੍ਹਾ ਕਰਕੇ ਕੱਟ ਦੇਣੀ ਚਾਹੀਦੀ। ਇੱਥੇ ਕਹਿੰਦੇ ਸੜ ਜਾਏ ਉਹ ਜ਼ਬਾਨ ਜਿਹੜੀ ਵਾਹਿਗੁਰੂ ਦਾ ਨਾਮ ਛੱਡ ਕੇ ਸੰਸਾਰ ਦੇ ਖੋਟੇ ਪ੍ਰੇਮ 'ਚ ਲੱਗੀ ਹੋਈ ਸੰਸਾਰੀ ਗੱਲਾਂ ਹੀ ਕਰੀ ਜਾਂਦੀ। ਹਰ ਰਸ ਨਾ ਚਾਖੈ ਫੀਕਾ ਆਲਾਏ। ਜਿਹੜੀ ਰਸਨਾ ਵਾਹਿਗੁਰੂ ਪਰਮਾਤਮਾ ਦੇ ਨਾਮ ਰਸ ਨੂੰ ਚੱਖਦੀ ਨਹੀਂ ਹੈ, ਪ੍ਰਾਪਤ ਨਹੀਂ ਕਰਦੀ, ਭੋਗਦੀ, ਪੁੰਚਦੀ ਨਹੀਂ, ਅਤੇ ਫਿੱਕਾ ਬਚਨ ਅਲਾਏ ਬੋਲਦੀ ਹੈ। ਕਿਉਂਕਿ ਫੀਕੇ ਹਰ ਕੇ ਨਾਮ ਬਿਨ ਸਵਾਦ। ਜੇ ਕਹੀ ਨਾ ਵੀ ਕੌੜਾ ਬੋਲਣਾ ਹੀ ਫਿੱਕਾ ਹੁੰਦਾ, ਨਹੀਂ। ਮਹਾਰਾਜ ਕਹਿੰਦੇ ਨੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ। ਫਿੱਕਾ ਮੂਰਖ ਆਖੀਐ ਪਾਣਾ ਲਹੈ ਸੁਜਾਏ। ਫਿੱਕਾ ਦਰਗਹਿ ਸੱਟੀਐ ਮੋਏ ਥੁੱਕਾਂ ਫਿੱਕੇ ਪਾਏ। ਦਰਗਾਹ ਵਿੱਚੋਂ ਵੀ ਮੂੰਹ ਦੇ ਥੁੱਕਾਂ ਹੀ ਪੈਂਦੀਆਂ। ਮਿੱਠਾ ਬੋਲ ਤਾਂ ਵਾਹਿਗੁਰੂ ਦੇ ਨਾਮ ਦਾ ਹੀ ਅਸਲ ਵਿੱਚ। ਹੋਰ ਕਈ ਵਾਰੀ ਚਾਪਲੂਸੀ ਕਰਨ ਵਾਲੇ ਜਾਂ ਤੁਹਾਨੂੰ ਲੁੱਟਣ ਵਾਲੇ ਵੀ ਬੜਾ ਮਿੱਠਾ ਬੋਲਦੇ ਨੇ। ਉਹਦੀ ਜ਼ਬਾਨ 'ਚੋਂ ਤਾਂ ਮਿੱਠੇ ਬਚਨ ਬੜੇ ਵਧੀਆ ਨਿਕਲਦੇ ਨੇ, ਬੜੀ ਵਡਿਆਈ ਤੁਹਾਡੀ ਕਰਦੇ, ਪਰ ਅੰਦਰੋਂ ਉਹਨਾਂ ਦੇ ਛੁਰੀ ਹੁੰਦੀ ਹੈ, ਲੁੱਟਣਾ ਚਾਹੁੰਦੇ ਨੇ। ਅਸਲ ਮਿਠਾਸ ਵਾਲਾ ਬਚਨ ਵਾਹਿਗੁਰੂ ਦਾ ਹੀ ਬਚਨ ਹੈ, ਪਰਮਾਤਮਾ ਦੀ ਵਡਿਆਈ ਹੈ। ਹਜ਼ੂਰ ਕਹਿੰਦੇ ਨੇ ਕਿ ਜਿਹੜੀ ਰਸਨਾ ਹਰੀ ਦੇ ਨਾਮ ਰਸ ਨੂੰ ਨਹੀਂ ਚੱਖਦੀ, ਉਹ ਫੀਕਾ ਅਲਾਏ, ਫਿੱਕਾ ਬੋਲ ਬੋਲਦੀ ਹੈ। ਫਰੀਦ ਨੇ ਕਿਹਾ ਇੱਕ ਫਿੱਕਾ ਨਾ ਗਲ ਆਏ ਸਭਨਾ ਮੈਂ ਸੱਚਾ। ਠੀਕ, ਕਿਸੇ ਦਾ ਦਿਲ ਢਾਉਣ ਵਾਲਾ ਬਚਨ ਨਹੀਂ ਕਰਨਾ ਚਾਹੀਦਾ, ਫਿੱਕਾ ਬੋਲ ਨਹੀਂ ਬੋਲਣਾ ਚਾਹੀਦਾ। ਫਿੱਕਾ ਬੋਲ ਵੇਗੁਚਣਾ ਸੁਣ ਮੂਰਖ ਮਨ ਅਜਾਣ। ਪਰ ਜੇ ਕਹੀਏ ਨਾ ਵੀ ਸਿਰਫ ਮਿੱਠੇ ਬਚਨ ਜਿਹੜੇ ਲੋਕਾਂ ਦੇ ਤਾਂ ਹੀ ਖੁਸ਼ ਕਰਨ ਵਾਲੇ ਨੇ, ਇਹ ਮਿੱਠੇ ਬਚਨ ਨੇ ਨਹੀਂ। ਮਿੱਠਾ ਬਚਨ ਤਾਂ ਵਾਹਿਗੁਰੂ ਦੇ ਨਾਮ ਦਾ ਹੈ।
ਸੋ ਇਸ ਪ੍ਰਕਾਰ ਬਿਨ ਬੂਝੇ ਤਨ ਮਨ ਫੀਕਾ ਹੋਏ, ਜਿਹੜਾ ਨਹੀਂ ਬੁੱਝਦਾ ਵਾਹਿਗੁਰੂ ਦੀ ਵਿਚਾਰ ਨੂੰ ਸਮਝਣ ਤੋਂ ਬਗੈਰ, ਵਾਹਿਗੁਰੂ ਦੇ ਸਰੂਪ ਨੂੰ, ਆਤਮਾ ਪਰਮਾਤਮਾ ਨੂੰ ਸਮਝਣ ਤੋਂ ਬਗੈਰ, ਜੀਵਨ ਦੇ ਮਨੋਰਥ ਨੂੰ ਸਮਝਣ ਤੋਂ ਬਗੈਰ, ਉਸ ਵਿਅਕਤੀ ਦਾ ਤਨ ਵੀ ਫਿੱਕਾ ਹੈ, ਇੰਦਰੇ ਵੀ ਫਿੱਕੇ ਕਰਮ ਕਰਦੇ ਨੇ ਅਤੇ ਮਨ ਵੀ ਫਿੱਕਾ ਹੈ। ਮਨ ਕਰਕੇ ਵੀ ਫਿੱਕਾ ਹੈ, ਬੁਰੀ ਚਿਤਵਨੀ ਹੈ, ਰਸ ਕੋਈ ਨਹੀਂ ਅੰਦਰ ਰੱਬ ਦੇ ਨਾਮ ਦਾ। ਅਤੇ ਤਨ ਇੰਦਰੇ ਮਾਤਰ ਵੀ ਜਿਹੜੇ ਹਨ, ਉਹਨਾਂ ਦੇ ਕਰਮ ਵੀ, ਅੱਖਾਂ ਦੀ ਵੇਖਣੀ ਚਾਖਣੀ, ਕੰਨਾਂ ਦੀ ਸਰੋਤ, ਜ਼ਬਾਨ ਦੀ ਬੋਲ ਚਾਲ, ਹੱਥਾਂ ਦੇ ਕਰਮ, ਇਹ ਸਭ ਫਿੱਕੇ ਨੇ। ਬਿਨ ਨਾਵੈ ਦੁਖੀਆ ਚੱਲਿਆ ਰੋਏ, ਵਾਹਿਗੁਰੂ ਦੇ ਨਾਮ ਤੋਂ ਬਗੈਰ ਹਿਰਦੇ ਕਰਕੇ ਸਭ ਕੋਈ ਦੁਖੀਆ ਹੈ। ਸਾਰਾ ਜਿੰਨੇ ਵਿਅਕਤੀ, ਜਿੰਨੇ ਸੰਸਾਰ ਦੇ ਜੀਵ, ਸਭ ਦੁਖੀ ਨੇ। ਅਤੇ ਦੁਖੀਆ ਹੁੰਦਿਆਂ ਹੋਇਆਂ ਵੀ ਜਦੋਂ ਚੱਲਿਆ ਦੁਨੀਆ ਤੋਂ, ਰੋ ਕੇ ਚੱਲਿਆ, ਪਛਤਾਉਂਦਾ ਹੋਇਆ, ਰੋਂਦਾ ਹੋਇਆ ਇੱਥੋਂ ਗਿਆ, ਖੁਸ਼ੀ ਹੋ ਕੇ ਨਹੀਂ ਗਿਆ, ਖੁਸ਼ ਹੋ ਕੇ ਨਹੀਂ ਗਿਆ। ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ, ਹੁਣ ਦੂਜਾ ਪੱਖ ਵਿਖਾ ਰਹੇ ਨੇ ਹਜ਼ੂਰ। ਜਿਨ੍ਹਾਂ ਦੀ ਰਸਨਾ ਨੇ, ਜੀਵ ਨੇ, ਸਹਿਜ ਗਿਆਨ ਅਵਸਥਾ 'ਚ ਗਿਆ ਹੋਇਆ, ਸੁਭਾਏ ਸ੍ਰੇਸ਼ਟ ਪ੍ਰੇਮ ਅੰਦਰ ਹੋਣ ਕਰਕੇ, ਅਤੇ ਜਿਨ੍ਹਾਂ ਦੀ ਰਸਨਾ ਨੇ ਵਾਹਿਗੁਰੂ ਦੇ ਹਰੀ ਦੇ ਨਾਮ ਰਸ ਨੂੰ ਚਖਿਆ ਹੈ, ਗੁਰ ਕਿਰਪਾ ਤੇ ਸੱਚ ਸਮਾਏ, ਗੁਰੂ ਦੀ ਕਿਰਪਾ ਕਰਕੇ, ਗੁਰੂ ਦੀ ਕਿਰਪਾ ਦੁਆਰਾ ਉਹ ਸੱਚ ਸਰੂਪ ਵਾਹਿਗੁਰੂ ਵਿੱਚ ਹੀ ਸਮਾ ਗਿਆ ਹੈ। ਸਾਚੇ ਰਾਤੀ ਗੁਰ ਸ਼ਬਦ ਵਿਚਾਰ, ਜਿਹੜੀ ਗੁਰਾਂ ਦੇ ਸ਼ਬਦ ਦੀ ਵਿਚਾਰ ਦੁਆਰਾ ਵਿਚਾਰ ਕਰਦੀ ਹੈ ਅਤੇ ਸੱਚੇ ਵਿੱਚ ਰੱਤੀ ਹੋਈ ਹੈ ਰਸਨਾ। ਸਾਚੇ ਰਾਤੀ ਗੁਰ ਸ਼ਬਦ ਵਿੱਚ, ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਵਾਲੀ ਰਸਨਾ ਸੱਚ ਸਰੂਪ ਪਰਮੇਸ਼ਰ ਵਿੱਚ ਰੰਗੀ ਗਈ ਹੈ। ਰੰਗੀਲੇ ਜੇਬਾ ਹਰ ਕੈ ਨਾਏ, ਅੰਮ੍ਰਿਤ ਪੀਵੈ ਨਿਰਮਲ ਧਾਰ, ਉਹ ਜਿਹੜੀ ਝਰਨਾ ਝਰਦਾ ਨਿਜਰੋਂ ਗੁਰਮੁਖ ਬਾਣੀ ਅਗੜ ਕਢਾਵੈ। ਦਸਮ ਦੁਆਰ ਦੇ ਰਸਤਿਓਂ ਗਿਆਨ ਅਵਸਥਾ 'ਚ ਪਹੁੰਚ ਕੇ ਜਿਹੜੀ ਨਿਰਮਲ ਧਾਰਾ ਨਾ, ਵਾਹਿਗੁਰੂ ਦੇ ਸਿਮਰਨ ਦੁਆਰਾ ਅੰਮ੍ਰਿਤ ਧਾਰਾ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ, ਉਸ ਅੰਮ੍ਰਿਤ ਨੂੰ ਉਹ ਪੀਂਦਾ ਹੈ ਵਿਅਕਤੀ, ਜਾਂ ਉਹ ਰਸਨਾ ਪੀਂਦੀ ਹੈ। ਨਾਮ ਸਮਾਵੈ ਜੋ ਭਾਂਡਾ ਹੋਏ। ਪ੍ਰਸ਼ਨ ਉੱਠਦਾ ਕਿ ਮਹਾਰਾਜ ਇਹ ਨਾਮ ਕਿਹਨਾਂ ਦੇ ਹਿਰਦਿਆਂ 'ਚ ਸਮਾਉਂਦਾ? ਤਾਂ ਹਜ਼ੂਰ ਕਹਿੰਦੇ ਨੇ ਜਿਹੜਾ ਭਾਂਡਾ ਸਿੱਧਾ ਹੋਵੇ, ਸ੍ਰੇਸ਼ਟ ਭਾਂਡਾ ਹੋਵੇ, ਉਸ ਵਸਤੂ ਨੂੰ ਸੰਭਾਲਣ ਵਾਲਾ। ਅੱਗੇ ਬਚਨ ਆ ਜਾਣਗੇ ਵੀ ਕੀ ਮਤਲਬ ਹੈ ਹਜ਼ੂਰ ਦਾ। ਜਿਹੜਾ ਭਾਂਡਾ ਹੈ ਸਿੱਧਾ, ਅਧਿਕਾਰੀ ਯਾਨੀ ਹਿਰਦਾ, ਉੱਥੇ ਨਾਮ ਰੂਪੀ ਵਸਤੂ ਸਮਾਉਂਦੀ ਹੈ। ਉਹਦਾ ਭਾਂਡਾ ਟਿਕਿਆ ਨਾ ਕੋਈ ਚੀਜ਼ ਵੀ ਮੂਧੇ ਭਾਂਡੇ ਵਿੱਚ ਨਹੀਂ ਟਿਕ ਸਕਦੀ। ਕਿਸੇ ਭਾਂਡੇ 'ਚ ਘਿਓ ਪਾਉਣਾ ਹੈ, ਦੁੱਧ ਪਾਉਣਾ, ਜਲ ਪਾਉਣਾ ਹੈ, ਅਤੇ ਉਹ ਭਾਂਡਾ ਹੀ ਪੁੱਠਾ ਮੂਧਾ ਮਾਰਿਆ, ਕਿਸੇ ਵਿਅਕਤੀ ਨੂੰ ਕਹਾਂਗੇ ਇਹਦੇ ਵਿੱਚ ਪਾ ਦੇ, ਅਤੇ ਮੂਧੇ ਭਾਂਡੇ ਵਿੱਚ ਤਾਂ ਕੋਈ ਵਸਤੂ ਨਹੀਂ ਨਾ ਪੈ ਸਕਦੀ। ਜਿਹੜਾ ਹਿਰਦਾ ਭਾਂਡਾ ਮੂਧਾ ਸੰਸਾਰ ਵਾਲੇ ਪਾਸੇ, ਉੱਥੇ ਨਾਮ ਰੂਪੀ ਵਸਤੂ ਨਹੀਂ ਟਿਕ ਸਕਦੀ ਹੈ। ਉੱਥੇ ਜਿਵੇਂ ਇੱਕ ਭਜਨ ਮੈਨੂੰ ਯਾਦ ਆਇਆ, ਅੰਮ੍ਰਿਤਸਰ ਜ਼ਿਲ੍ਹੇ ਵਿੱਚ ਢੰਡ ਅਤੇ ਕਸੇਲ ਦੋ ਪਿੰਡ ਹਨ। ਉਸ ਨਗਰ ਦਾ ਇੱਕ ਸਿੰਘ, ਭਾਈ ਸਾਹਿਬ ਸਿੰਘ, ਹੁਣ ਵੀ ਕਦੇ ਕਦੇ ਮੇਰੀ ਉਹਦੇ ਨਾਲ ਗੱਲ ਹੋ ਜਾਂਦੀ ਆ। ਉਸ ਸਿੰਘ ਦੇ ਘਰ ਹਰ ਸਾਲ ਹੀ ਉਹ ਬੜੇ ਪ੍ਰੇਮ ਨਾਲ ਅਖੰਡ ਪਾਠ ਸਾਹਿਬ ਕਰਾਇਆ ਕਰਦੇ ਸੀ, ਅਤੇ ਅਸੀਂ ਜਾਇਆ ਕਰਦੇ ਸਾਂ ਹਰ ਸਾਲ। ਇੱਕ ਵਾਰੀ ਉਹ ਬੜੇ ਪ੍ਰੇਮ ਨਾਲ ਅਖੰਡ ਪਾਠ ਸਾਹਿਬ ਕਰਾਉਂਦੇ ਸੀ, ਆਮ ਲੋਕਾਂ ਵਾਂਗ ਨਹੀਂ। ਉਹਨਾਂ ਦੇ ਕੁਝ ਰਿਸ਼ਤੇਦਾਰ ਵੀ ਗੁਰਮੁਖ ਸਨ, ਅੰਮ੍ਰਿਤਧਾਰੀ। ਉਹ ਇੱਕ ਦਿਨ ਪਹਿਲਾਂ ਆ ਜਾਂਦੇ ਸਨ ਅਤੇ 3 ਦਿਨ ਬਹੁਤ ਜ਼ਿਆਦਾ ਉਹ ਪਾਠ ਬਾਣੀ ਮਹਾਰਾਜ ਦੀ ਸੁਣਦੇ ਸਨ, ਅਤੇ ਪਾਠ ਕਰਨ ਵਾਲਿਆਂ ਨੂੰ ਵੀ ਬੜਾ ਆਨੰਦ ਆਉਂਦਾ ਸੀ ਵੀ ਅੱਗੇ ਬੈਠੇ ਨੇ ਸਰੋਤੇ ਪ੍ਰੇਮ ਨਾਲ ਸੁਣ ਰਹੇ। ਅਤੇ ਭੋਗ ਵਾਲੇ ਦਿਨ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ ਬੱਸ ਰਾਹੀਂ ਨਾਲ ਸਿੰਘ ਗਏ, ਰਾਗੀ ਸਿੰਘ, ਕਥਾਵਾਚਕ ਸਿੰਘ ਵੀ। ਅਸੀਂ ਉਦੋਂ ਅਖੰਡ ਪਾਠ ਸਾਹਿਬ ਕਰਦੇ ਸਾਂ। ਪਹੁੰਚੇ ਅਤੇ ਉਹ ਸਿੰਘ ਨੇ ਮੈਨੂੰ ਕਿਹਾ ਵੀ ਬਾਬਾ ਜੀ ਕੋਲੋਂ ਬੇਨਤੀ ਕਰ ਲਓ, ਹੁਣ ਛੇਤੀ ਨਾ ਜਾਣ, 1.5 ਘੰਟਾ ਕੀਰਤਨ ਅਤੇ 1 ਘੰਟਾ ਘੱਟੋ ਘੱਟ ਹੁਕਮਨਾਮਾ ਸਾਹਿਬ ਦੀ ਕਥਾ ਵਿਚਾਰ ਹੋਣੀ ਚਾਹੀਦੀ ਹੈ, ਲੋਕਾਂ ਨਗਰ ਨਿਵਾਸੀਆਂ ਨੂੰ ਲਾਭ ਮਿਲ ਜਾਏਗਾ। ਮੈਂ ਉਹ ਜਦੋਂ ਬੱਸ 'ਚੋਂ ਉਤਰੇ ਮਹਾਂਪੁਰਸ਼, ਅਤੇ ਮੈਂ ਉੱਥੇ ਹੀ ਜਾ ਕੇ ਮਿਲ ਪਿਆ, ਅਤੇ ਮੈਂ ਕਿਹਾ ਜੀ ਉਹ ਘਰ ਵਾਲਾ ਸਿੰਘ ਇੰਝ ਬੇਨਤੀ ਕਰਦਾ। ਅਤੇ ਬਾਬਾ ਜੀ ਨਾ ਥੋੜ੍ਹੇ ਜਿਹੇ ਰੁੱਖੇ ਜਿਹੇ ਸੁਭਾਅ ਨਾਲ, ਯਾਨੀ ਪਰੇ ਨੂੰ ਚਿਹਰਾ ਕਰਕੇ ਕਹਿੰਦੇ ਨਹੀਂ 20 ਮਿੰਟ ਕੀਰਤਨ ਕਰੋ ਅਤੇ 10 ਮਿੰਟਾਂ 'ਚ ਹੁਕਮਨਾਮਾ ਸ਼ਬਦ ਦੀ ਵਿਚਾਰ ਕਰੋ, ਅਤੇ ਜੇ ਛਕਣਾ ਕੁਝ ਤਾਂ ਛਕ ਲਓ, ਚੱਲੀਏ। ਮੈਂ ਸਿੰਘਾਂ ਨੂੰ ਪੁੱਛਿਆ ਵੀ ਕੋਈ ਰੁਝੇਵਾਂ ਕਿਤੇ ਜ਼ਰੂਰੀ ਜਾਣਾ? ਕਹਿਣ ਲੱਗੇ ਨਹੀਂ, ਇੱਥੇ ਹੀ ਆਏ, ਇੱਥੋਂ ਬਾਅਦ 'ਚ ਸ਼ਾਇਦ ਦਰਬਾਰ ਸਾਹਿਬ ਜਾਣਗੇ।
ਮੇਰੇ ਮਨ 'ਚ ਸ਼ੰਕਾ ਫੁਰੀ ਵੀ ਮੈਂ ਹੁਣ ਸਿੰਘ ਨੂੰ ਕੀ ਜਵਾਬ ਦਿਆਂ ਵੀ ਬਾਬਾ ਜੀ ਮੰਨਦੇ ਨਹੀਂ ਬਹੁਤਾ ਚਿਰ ਕੀਰਤਨ ਕਥਾ ਨੂੰ। ਅਜੇ ਮੈਂ ਵਿਚਾਰਦਾ ਹੀ ਆ ਰਿਹਾ ਸੀ ਅਤੇ ਸੰਗਤ ਵਿੱਚ ਜਿਹੜੇ ਨਗਰ ਨਿਵਾਸੀ ਬੈਠੇ ਸੀ ਉਹਨਾਂ ਕਿਤੇ ਸੁਣ ਲਿਆ ਸੀ ਇਹ ਬਚਨ ਵੀ ਸਾਹਿਬ ਸਿੰਘ ਇੰਜ ਕਹਿੰਦਾ, ਤਾਂ ਉਹ ਗੱਲਾਂ ਕਰ ਰਹੇ ਸਨ ਵੀ ਇਹ ਸਾਹਿਬ ਸਿੰਘ ਨੇ ਕੀ ਪਖੰਡ ਫੜਿਆ ਬਾਈ, ਇਹ ਪਰਸੋਂ ਦਾ ਅਖੰਡ ਪਾਠ ਸਾਹਿਬ ਹੋ ਰਿਹਾ, ਇਹ ਰਜੇ ਨਹੀਂ, ਇਹਨਾਂ ਕਥਾ ਕੀਰਤਨ ਇੰਨਾ ਚਿਰ ਸੁਣਨਾ ਅਤੇ ਆਪ ਸੁਣ ਲੈਂਦੇ, ਸਾਨੂੰ ਕਿਉਂ ਸੱਦਿਆ। ਹਾਲਾਂਕਿ ਉਹਨਾਂ ਨੇ ਕੋਈ ਲੱਡੂ ਪੇੜੇ ਗੁਲਾਬ ਜਾਮਨ ਪਕੌੜੇ ਵਗੈਰਾ ਛਕੇ ਹੋਏ ਸਨ, ਇਹ ਨਹੀਂ ਵੀ ਉਹ ਭੁੱਖੇ ਸਨ। ਕਹਿੰਦੇ ਇਹਨੇ ਸਾਨੂੰ ਢਿੱਡੋਂ ਭੁੱਖੇ ਮਾਰਨ ਲਈ ਸੱਦਿਆ। ਬਹੁਤ ਵੱਧ ਘੱਟ ਗੱਲਾਂ ਕਰ ਰਹੇ ਸੀ। ਮੇਰੀ ਸ਼ੰਕਾ ਉੱਥੇ ਨਿਵਰਤ ਹੋ ਗਈ। ਅਤੇ ਫਿਰ ਵੇਖੋ ਮੈਂ ਜਦੋਂ ਭੌਂ ਕੇ ਮੁੜਿਆ ਨਾ ਪਿਛਾਂ ਨੂੰ, ਉੱਧਰੋਂ ਬਾਬਾ ਜੀ ਦਾਖਲ ਹੋ ਰਹੇ ਸੀ ਦੀਵਾਨ ਅਸਥਾਨ ਵੱਲ ਨੂੰ, ਮੇਰੇ ਵੱਲ ਵੇਖ ਕੇ ਹੱਸ ਪਏ। ਕਹਿੰਦੇ ਪਤਾ ਲੱਗ ਗਿਆ, ਅੰਤਰਜਾਮੀ ਸੀ ਨਾ ਮਹਾਂਪੁਰਸ਼, ਅਤੇ ਮੇਰੇ ਨਾਲ ਇਹੋ ਜਿਹੀਆਂ ਗੱਲਾਂ ਕਈ ਵਾਰੀ ਉਹ ਬਚਨ ਕਰ ਲੈਂਦੇ ਸੀ। ਮੈਨੂੰ ਕਹਿੰਦੇ ਪਤਾ ਲੱਗ ਗਿਆ ਮੁਸਕਰਾ ਕੇ। ਮੈਂ ਕਿਹਾ ਜੀ ਹਾਂ। ਫਿਰ ਉਹਨਾਂ ਗੁਰੂ ਗ੍ਰੰਥ ਸਾਹਿਬ ਦਾ ਇੱਕ ਬਚਨ ਪੜ੍ਹਿਆ। ਕਹਿੰਦੇ ਵਿਣ ਗਾਹਕ ਗੁਣ ਵੇਚੀਐ ਤਉ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲਾਖ ਵਿਕਾਏ। ਕਹਿੰਦੇ ਤੈਨੂੰ ਪਤਾ ਹੀ ਆ ਵੀ ਗਾਹਕ ਹੋਏ ਹੀ ਨਾ, ਮਤਲਬ ਘਰ ਵਾਲੇ ਪ੍ਰੇਮੀ ਜਾਂ ਇਹਨਾਂ ਦੇ ਰਿਸ਼ਤੇਦਾਰ ਤੇ ਪਰਸੋਂ ਦੇ ਅਖੰਡ ਪਾਠ ਸਾਹਿਬ ਮਹਾਰਾਜ ਦੀ ਬਾਣੀ ਸੁਣ ਰਹੇ ਨੇ, ਉਹਨਾਂ ਨੂੰ ਤਾਂ ਲਾਭ ਮਿਲ ਗਿਆ। ਜਿਨ੍ਹਾਂ ਨੂੰ ਲਾਭ ਦੇਣਾ ਚਾਹੁੰਦਾ ਇਹ ਸਾਹਿਬ ਸਿੰਘ ਨਗਰ ਨਿਵਾਸੀ ਲੋਕਾਂ ਨੂੰ ਇਸ ਲਾਭ ਨਹੀਂ ਲੈਣ ਆਏ, ਇਹ ਸਿਰਫ ਲੱਡੂ ਪੇੜੇ ਛਕਣ ਆਏ ਨੇ। ਜੇ ਗਾਹਕ ਤੋਂ ਬਗੈਰ ਗੁਣ ਵੇਚਦੀ ਉਹਦੇ ਅੱਗੇ ਤੇ ਸਸਤੇ ਭਾਅ 'ਚ ਲੈ ਜਾਏਗਾ, ਗਾਹਕ ਨਹੀਂ ਨਾ ਉਸ ਵਸਤੂ ਦਾ। ਅਤੇ ਗੁਣ ਦਾ ਗਾਹਕ ਜੇ ਹੋਵੇ ਕੋਈ ਤੇ ਉਹ ਲੱਖਾਂ 'ਚ ਵਿਕਦਾ, ਉਹਦੀ ਕਦਰ ਪੈਂਦੀ ਹੈ ਨਾ, ਆਦਰ ਮਿਲਦਾ ਉਸ ਵਸਤੂ ਨੂੰ। ਹੀਰੇ ਦੀ ਹੁਣ ਕਦਰ ਆਮ ਕਿਸੇ ਨੂੰ ਕੀ, ਜਿਵੇਂ ਕਹਿੰਦੇ ਪ੍ਰਜਾਪਤ ਨੂੰ ਕਦੋਂ ਹੀਰਾ ਮਿਲ ਗਿਆ ਸੀ ਤੇ ਉਹਨੇ ਟੱਲੀ 'ਚ ਬੰਨ੍ਹ ਕੇ ਗਧੇ ਦੇ ਗਲ ਬੰਨ੍ਹ ਛੱਡਿਆ ਸੀ। ਇਸ ਪ੍ਰਕਾਰ ਜੌਹਰੀ ਨੂੰ ਪਰਖਾ ਹੀਰੇ ਦੀ। ਅਧਿਕਾਰੀ ਹਜ਼ੂਰ ਇੱਥੇ ਬਿਆਨ ਕਰ ਰਹੇ ਨੇ ਕਿ ਨਾਮ ਸਮਾਵੈ ਜੋ ਭਾਂਡਾ ਹੋਏ। ਨਾਮ ਰੂਪ ਵਸਤੂ ਉੱਥੇ ਹੀ ਸਮਾ ਸਕਦੀ ਹੈ ਜੋ ਭਾਂਡਾ ਸਿੱਧਾ ਹੈ, ਅਧਿਕਾਰੀ ਹੈ, ਉਸ ਵਸਤੂ ਨੂੰ ਗ੍ਰਹਿਣ ਕਰਨ ਲਈ ਤਿਆਰ ਹੈ। ਉਹਦਾ ਭਾਂਡਾ ਟਿਕਿਆ ਨਾ ਕੋਈ ਵਸਤੂ ਮੂਧੇ ਭਾਂਡੇ ਵਿੱਚ ਨਹੀਂ ਟਿਕ ਸਕਦੀ ਹੈ। ਉਹ ਮੰਗਦਾ ਹੀ ਨਹੀਂ, ਉਹ ਚਾਹੁੰਦਾ ਹੀ ਨਹੀਂ, ਤੁਸੀਂ ਜ਼ਬਰਦਸਤੀ ਉਹਨੂੰ ਕਿਵੇਂ ਦੇ ਦਿਓ, ਉਹ ਕੋਈ ਕਦਰ ਨਹੀਂ ਕਰੇਗਾ। ਗੁਰ ਸ਼ਬਦੀ ਮਨ ਨਾਮ ਨਿਵਾਸ, ਗੁਰੂ ਦੇ ਸ਼ਬਦ ਨਾਲ ਜੇ ਕੋਈ ਜੁੜ ਗਿਆ, ਸ਼ਬਦ ਬਾਣੀ ਅਖੰਡ ਪਾਠ ਸਾਹਿਬ ਕੀਰਤਨ ਕਥਾ ਤੇ ਬਹੁਤ ਹੋ ਰਿਹਾ, ਪਰ ਇਸ ਦਾਤ ਦੇ ਪ੍ਰੇਮੀ ਕਿੰਨੇ ਕੁ ਨੇ। ਲੋਕ ਤਾਂ ਗਾਉਣ ਵਾਲਿਆਂ ਕੋਲੋਂ ਹੋਰ ਗੱਲਾਂ ਸੁਣਨ ਦੇ ਸ਼ੌਕੀਨ ਨੇ। ਤਾਂ ਹੀ ਵਿਆਹਾਂ ਸ਼ਾਦੀਆਂ ਵਿੱਚ ਇੰਨਾ ਖਰੂਦ ਹੁੰਦਾ ਅਤੇ ਕਈ ਕੁਛ ਹੁੰਦਾ ਉੱਥੇ। ਗੁਰੂ ਦੇ ਸ਼ਬਦ ਨਾਲ ਤੇ 4 ਲਾਵਾਂ ਦਾ ਪਾਠ ਗੁਰਦੁਆਰੇ ਸਾਹਿਬਾਨਾਂ 'ਚ ਹੋਣਾ ਹੁੰਦਾ ਅਤੇ 5-4 ਬੰਦੇ ਹੀ ਆਉਂਦੇ ਨੇ ਲਾੜੇ ਦੇ ਨਾਲ, ਮਜਬੂਰੀ ਵਸ ਮਾਮਾ ਪਿਤਾ ਅਤੇ 1-2 ਹੋਰ, ਬਾਕੀ ਤੇ ਪੈਲਸਾਂ ਵਿੱਚ ਹੀ ਖਰੂਦ ਕਰ ਰਹੇ ਨਾ। ਹਜ਼ੂਰ ਕਹਿੰਦੇ ਨੇ ਗੁਰੂ ਦੇ ਸ਼ਬਦ ਨਾਲ ਕੋਈ ਜੁੜੇ, ਪ੍ਰੇਮ ਕਰੇ, ਭਾਵਨਾ ਰੱਖੇ ਅਤੇ ਗੁਰੂ ਦੇ ਸ਼ਬਦ ਦੁਆਰਾ ਮਨ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਨਿਵਾਸ ਹੋ ਜਾਏਗਾ। ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ। ਹਜ਼ੂਰ ਕਹਿੰਦੇ ਨੇ ਅਸੀਂ ਜਿਸ ਭਾਂਡੇ ਦਾ ਜ਼ਿਕਰ ਕਰ ਰਹੇ ਹਾਂ ਨਾ, ਸੱਚਾ ਭਾਂਡਾ ਜਿਹੜਾ ਹਿਰਦਾ ਸੱਚ ਸਰੂਪ ਹੋ ਗਿਆ, ਜਿਹਨੂੰ ਸੱਚ ਹੀ ਪਿਆਰਾ ਲੱਗਦਾ, ਸੱਚ ਹੈ ਨਾਮ, ਅਤੇ ਉਹ ਭਾਂਡਾ ਸੱਚ ਰੂਪ ਹੈ ਹਿਰਦਾ, ਜਿਸ ਭਾਂਡੇ ਵਿੱਚ ਸ਼ਬਦ ਦੀ ਪਿਆਸ ਹੈ, ਵਾਹਿਗੁਰੂ ਜੀ ਦੇ ਸ਼ਬਦ ਦੀ, ਗੁਰਾਂ ਦੇ ਉਪਦੇਸ਼ ਦੀ, ਉਪਦੇਸ਼ ਨੂੰ ਧਾਰਨ ਕਰਨ ਦੀ। ਜਿਸ ਹਿਰਦੇ ਰੂਪੀ ਭਾਂਡੇ 'ਚ ਪਿਆਸ ਹੈ, ਉਹ ਭਾਂਡਾ ਵੀ ਸੱਚ ਸਰੂਪ ਹੀ ਹੋ ਗਿਆ। ਗੌੜੀ ਗਵਾਰੇਰੀ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਗੌੜੀ ਰਾਗ ਦੀ ਵੰਨਗੀ ਗਵਾਰੇਰੀ ਹੈ। ਇਸ ਦੇ ਅੰਦਰ ਅਗਲਾ ਸ਼ਬਦ ਫਿਰ ਉਚਾਰਦੇ ਹਨ। ਇੱਕ ਗਾਵਤ ਰਹੇ ਮਨ ਸਾਧ ਨਾ ਪਾਏ। ਹਿੰਦੁਸਤਾਨ ਦੇ ਅੰਦਰ ਗਾਉਣ ਦਾ ਰਿਵਾਜ ਪੁਰਾਤਨ ਸਮੇਂ ਤੋਂ ਚੱਲਿਆ ਆਉਂਦਾ ਹੈ। ਇਸਲਾਮ ਵਿੱਚ ਤੇ ਔਰੰਗਜ਼ੇਬਾਦਕਾਂ ਨੇ ਗਾਉਣਾ ਬੰਦ ਕਰ ਦਿੱਤਾ ਸੀ, ਜਾਂ ਇੰਜ ਵੀ ਸਮਝ ਲਿਆ ਸੀ ਵੀ ਸ਼ਾਇਦ ਗਾਉਣ ਨਾਲ ਮਨ ਚੰਚਲ ਹੁੰਦਾ ਇਸਲਾਮ 'ਚ। ਪਰ ਸਤਿਗੁਰੂ ਜੀ ਨੇ ਸਮਝਾਇਆ ਸੀ ਵੀ ਜੇ ਗਾਇਆ ਸੱਚ ਜਾਏ, ਵਾਹਿਗੁਰੂ ਦਾ ਜਸ ਕੀਰਤਨ ਗਾਇਆ ਜਾਏ ਤਾਂ ਫਿਰ ਮਨ ਚੰਚਲ ਨਹੀਂ ਹੁੰਦਾ, ਮਨ ਇਕਾਗਰ ਹੁੰਦਾ, ਮਨ ਟਿਕਦਾ ਹੈ। ਅਤੇ ਜੇ ਚੰਚਲਤਾਈ ਵਾਲੀਆਂ ਗੱਲਾਂ ਗਾਈਆਂ ਜਾਣ, ਬਦਫੈਲੀਆਂ ਗਾਈਆਂ ਜਾਣ, ਤਾਂ ਫਿਰ ਮਨ ਬਦਫੈਲੀਆਂ ਵੱਲ ਨੂੰ ਜਾਏਗਾ, ਚੰਚਲ ਹੋ ਜਾਏਗਾ। ਇਹ ਤਾਂ ਗਾਉਣ 'ਤੇ ਮੁਨੱਸਰ ਆ ਵੀ ਕੀ ਗਾਇਆ ਜਾਂਦਾ। ਔਰ ਹਾਂ, ਮੇਰੇ ਕਹਿਣ ਦਾ ਮਨੋਰਥ ਹੈ ਵੀ ਹਿੰਦੁਸਤਾਨ 'ਚ ਜਿਵੇਂ ਰਾਸ ਧਾਰੀਏ
ਰਾਸਾਂ ਪਾਇਆ ਕਰਦੇ ਸਨ ਔਰ ਕ੍ਰਿਸ਼ਨ ਆਦਿਕ ਜੀ ਦੇ ਗੀਤ ਗਾਉਂਦੇ ਸੀ, ਬਿਸ਼ਨ ਪਦੇ ਗਾਉਂਦੇ ਸਨ, ਰਾਸਾਂ ਪਾਉਂਦੇ ਸੀ, ਨੱਚਦੇ ਸਨ। ਇਹ ਉਹਨਾਂ ਵੱਲ ਇਸ਼ਾਰਾ ਸਤਿਗੁਰੂ ਕਰਕੇ ਸਾਨੂੰ ਸਿੱਖਿਆ ਦੇ ਰਹੇ। ਇੱਕ ਗਾਵਤ ਰਹੇ, ਉਹ ਸਿਰਫ ਗਾਉਂਦੇ ਸਨ ਵਿਖਾਵਾ ਵੀ ਅਸੀਂ ਭਗਤ ਹਾਂ ਜਾਂ ਮਾਇਆ ਇਕੱਠੀ ਕਰਨ ਵਾਸਤੇ। ਜੇ ਅਸੀਂ ਵੀ ਕੀਰਤਨ ਕਰਨ ਵਾਲੇ, ਕਥਾ ਕਰਨ ਵਾਲੇ ਉੱਪਰੋਂ ਗਾਈਏ, ਸਾਡੇ ਮਨਾਂ 'ਚ ਮਨੋਰਥ ਸਿਰਫ ਮਾਇਆ ਇਕੱਠੀ ਕਰਨੀ ਹੋਵੇ, ਤਾਂ ਹਜ਼ੂਰ ਸਾਨੂੰ ਵੀ ਨਿਖੇਧ ਕਰ ਰਹੇ ਨੇ। ਇੱਕ ਗਾਵਤ ਰਹੇ, ਗਾਉਂਦੇ ਰਹੇ ਸਾਰੀ ਉਮਰ, ਮਨ ਸਾਧ ਨਾ ਪਾਏ, ਮਨ ਵਿੱਚ ਸਵਾਦ ਪ੍ਰਾਪਤ ਹੀ ਨਹੀਂ ਕੀਤਾ। ਹਉਮੈ ਵਿੱਚ ਗਾਵਹਿ ਬਿਰਥਾ ਜਾਏ। ਉਹ ਜੋ ਰਾਸ ਧਾਰੀਏ ਲੋਕਾਂ ਤੋਂ ਆਪਣੀ ਵਾਹ ਤੇ ਪੂਜਾ ਕਰਾਉਣ ਵਾਸਤੇ ਗਾਉਂਦੇ ਨੇ, ਜਾਂ ਅਸੀਂ ਵੀ ਹਉਮੈ ਧਾਰ ਕੇ ਗਾਉਂਦੇ ਹਾਂ ਵੀ ਸਾਨੂੰ ਕਲਾ ਬੜੀ ਆਉਂਦੀ ਹੈ, ਸਾਡੇ ਕੋਲ ਬੜੀ ਵਿੱਦਿਆ, ਰਾਗ ਵਿੱਦਿਆ। ਇੱਕ ਬੇਨਤੀ ਹੈ, ਹਿੰਦੁਸਤਾਨ 'ਚ ਜਿਹੜਾ ਸ਼ਾਸਤਰੀ ਸੰਗੀਤ ਆ ਉਹਦੇ ਵਿੱਚ ਆਲਾਪ, ਸੁਰ, ਸਾਜ਼ ਪ੍ਰਧਾਨ ਹੁੰਦਾ, ਪਰ ਜਿਹੜਾ ਗੁਰਮਤਿ ਸੰਗੀਤ ਹੈ ਉਹਦੇ ਵਿੱਚ ਸ਼ਬਦ ਨੂੰ ਪ੍ਰਧਾਨਤਾ ਹੈ। ਹਜ਼ੂਰ ਨੇ ਕਿਹਾ, ਰਾਗ ਨਾਦ ਸ਼ਬਦ ਸੋਹਣੇ ਜਾਂ ਲਾਗੈ ਸਹਿਜ ਧਿਆਨ। ਗੁਰੂ ਦੇ ਸ਼ਬਦ ਰਾਹੀਂ ਰਾਗ ਤੇ ਸਾਜ਼ ਸੋਹਣੇ ਬਣਨਗੇ। ਜਿਨ੍ਹਾਂ ਰਾਗਾਂ ਸਾਜ਼ਾਂ ਸ਼ਬਦ ਗਾਇਆ ਜਾ ਰਿਹਾ ਉਹਦਾ ਲਾਭ ਹੈ, ਹੋਰ ਗਾਉਣਾ ਤੇ ਕਿਸੇ ਕੰਮ ਨਹੀਂ। ਹਜ਼ੂਰ ਕਹਿੰਦੇ ਨੇ, ਹਉਮੈ ਵਿੱਚ ਗਾਵਹਿ, ਹੰਗਤਾ ਵਿੱਚ ਪਏ ਹੋਏ, ਹੰਗਤਾ ਧਾਰਨ ਕਰਕੇ ਗਾਉਣ ਵਿੱਚ ਵੀ ਹਉਮੈ ਹੰਕਾਰ ਪੇ ਮੈਨੂੰ ਬੜਾ ਕੁਛ ਆਉਂਦਾ, ਬਿਰਥਾ ਜਾਏ। ਹਉਮੈ 'ਚ ਗਾਇਆ ਹੋਇਆ ਬਿਰਥਾ ਚਲਾ ਜਾਏਗਾ। ਗਾਵਣ ਗਾਵਹਿ ਜਿਨ ਨਾਮ ਪਿਆਰ। ਅਸਲ ਗਾਉਣਾ ਉਹ ਗਾਉਂਦੇ ਨੇ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਮ ਵਿੱਚ ਪਿਆਰ ਹੈ। ਜਿਵੇਂ ਤਾਨਸੈਨ ਦੇ ਉਸਤਾਦ, ਵਿਦਿਆ ਗੁਰੂ ਕਹਿ ਲਓ, ਉਹ ਸਨ ਸਵਾਮੀ ਹਰੀਦਾਸ ਜੀ, ਭਾਈ ਮਰਦਾਨਾ ਜੀ ਦੇ ਸ਼ਾਗਿਰਦ ਮੰਨੇ ਗਏ ਨੇ। ਉਹ ਅੱਧੀ ਰਾਤ ਤੋਂ ਬਾਅਦ ਉੱਠ ਕੇ ਵਾਹਿਗੁਰੂ ਨੂੰ ਗਾਉਂਦੇ ਸੀ ਇਕੱਲੇ ਹੀ। ਉੱਥੇ ਸੁਣਨ ਵਾਲਾ ਕੋਈ ਨਹੀਂ ਸੀ ਹੁੰਦਾ, ਪਰ ਉਹ ਵਾਹਿਗੁਰੂ ਨਾਲ ਸਾਂਝ ਪਾਉਂਦੇ ਸਨ। ਅਕਬਰ ਬਾਦਸ਼ਾਹ ਵੀ ਆਸ਼ਾ ਕਰ ਉੱਠਿਆ ਸੀ ਕਿ ਵਾਹ। ਸੋ ਇਸ ਪ੍ਰਕਾਰ ਜਿਵੇਂ ਬਾਬਾ ਸ਼ਾਮ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ 70 ਸਾਲ ਨਿਸ਼ਕਾਮ ਪ੍ਰੇਮ ਦੇ ਨਾਲ ਬਿਨਾਂ ਨਾਗਾ ਸੇਵਾ ਨਿਭਾਈ ਕੀਰਤਨ ਦੀ। ਦਿਹਾੜੀ 'ਚ 5 ਵਾਰੀ ਹਾਜ਼ਰੀ ਭਰਦੇ ਸਨ ਕੀਰਤਨ ਦੀ। ਉਹਨਾਂ ਦੇ ਅੰਦਰ ਪ੍ਰੇਮ ਸੀ ਨਾ। ਗਾਵਣ ਗਾਵਹਿ ਜਿਨ ਨਾਮ ਪਿਆਰ, ਸਾਚੀ ਬਾਣੀ ਸ਼ਬਦ ਵਿਚਾਰ। ਉਹ ਗਾਉਂਦੇ ਹਨ ਸੱਚੀ ਬਾਣੀ ਵਾਹਿਗੁਰੂ ਦੀ, ਅਤੇ ਸ਼ਬਦ ਨਾਲ, ਗੁਰਾਂ ਦੇ ਸ਼ਬਦ ਨਾਲ ਜਾਂ ਸ਼ਬਦ ਬ੍ਰਹਮ ਨਾਲ ਉਹਨਾਂ ਦੀ ਸਾਂਝ ਹੈ, ਬ੍ਰਹਮ ਦੀ ਵਿਚਾਰ ਕਰਦੇ ਨੇ। ਗਾਵਤ ਗਾ ਰਹਿ ਜੇ ਸਤਿਗੁਰ ਭਾਵੈ। ਜੇ ਸਤਿਗੁਰੂ ਨੂੰ ਜੀਵ ਭਾ ਜਾਂਦਾ, ਚੰਗਾ ਲੱਗਦਾ ਹੈ, ਤੇ ਉਹ ਫਿਰ ਗਾਉਂਦਾ ਹੀ ਰਹਿੰਦਾ ਵਾਹਿਗੁਰੂ ਨੂੰ। ਜ਼ਰੂਰੀ ਨਹੀਂ ਵੀ ਜ਼ੁਬਾਨ ਦੁਆਰਾ ਬੋਲੀ ਜਾਂਦਾ, ਦਿਨੇ ਰਾਤ ਹੀ ਗਾਉਂਦਾ, ਨਹੀਂ, ਜ਼ਰੂਰੀ ਨਹੀਂ। ਭਾਵੇਂ ਥੋੜ੍ਹਾ ਬਹੁਤ ਸਮਾਂ ਕੱਢ ਕੇ ਗਾ ਕੇ ਸੁਣਾਉਂਦਾ, ਪਰ ਉਹ ਆਪਣੇ ਮਨ ਅੰਦਰ ਵਾਹਿਗੁਰੂ ਨੂੰ ਗਾਉਂਦਾ ਰਹਿੰਦਾ, ਜਸ ਹੀ ਗਾਈ ਜਾਂਦਾ ਵਾਹਿਗੁਰੂ ਦਾ। ਮਨ ਤਨ ਰਾਤਾ ਸ਼ਬਦ ਨਾਮ ਸੁਹਾਵੈ। ਉਹਦਾ ਮਨ ਵੀ ਤੇ ਤਨ ਵੀ ਰੱਤਾ ਰੰਗਿਆ ਹੋਇਆ ਵਾਹਿਗੁਰੂ ਦੇ ਪ੍ਰੇਮ ਵਿੱਚ, ਤੇ ਨਾਮ ਦੁਆਰਾ ਸੁਹਾਵੈ। ਸ਼ੋਭਨੀਕ ਜੀਵਨ ਬਣ ਜਾਂਦਾ, ਸ਼ੋਭਾ ਪਾਉਂਦਾ ਹੈ। ਰਹਾਓ ਇੱਕ ਗਾਵਹਿ ਇੱਕ ਭਗਤ ਕਰੇ ਹੈ। ਇੱਕ ਐਸੇ ਹਨ ਜੋ ਗਾਉਂਦੇ ਹਨ ਜਸ ਨੂੰ, ਇੱਕ ਐਸੇ ਹਨ ਜੋ ਭਗਤੀ ਕਰਦੇ ਨੇ। ਇੱਥੇ ਜਿਵੇਂ ਉਹ ਭਾਈ ਗੁਰਦਾਸ ਨੇ ਲਿਖਿਆ ਨਾ, ਭਗਤੀਆਂ ਪਾਈ ਭਗਤ ਆਣ, ਲੋਟਾ ਜੋਗੀ ਲਿਆ ਛਪਾਈ। ਭਗਤੀਆਂ ਗਈ ਭਗਤ ਭੁੱਲ, ਲੋਟੇ ਅੰਦਰ ਸੁਰਤ ਭੁਲਾਈ। ਜਿਹੜਾ ਅਚਲ ਸਾਹਿਬ ਹੈ ਨਾ ਸਥਾਨ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ, ਤੇ ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਭਈ ਲੁਕਾਈ। ਤੇ ਲੱਗੀ ਬਰਸਣ ਲక్ష్ਮੀ ਰਿੱਧ ਸਿੱਧ ਨਵ ਨਿੱਧ ਸਵਾਈ। ਭਗਤਿਆਂ ਪਾਈ ਭਗਤ ਆਣ, ਲੋਟਾ ਜੋਗੀ ਲਿਆ ਲੁਕਾਈ। ਤੇ ਭਗਤਿਆਂ ਗਈ ਭਗਤ ਭੁੱਲ, ਲੋਟੇ ਅੰਦਰ ਸੁਰਤ ਭੁਲਾਈ। ਬਾਬਾ ਜਾਣੀ ਜਾਣਪੁਰ ਕੱਢਿਆ ਲੋਟਾ ਜਹਾਂ ਲੁਕਾਈ। ਇਸ ਪ੍ਰਕਾਰ ਉਹ ਰਾਸ ਧਾਰੀਏ। ਕਹਿੰਦੇ ਇੱਕ ਗਾਵਹਿ ਇੱਕ ਭਗਤ ਕਰੇ। ਇੱਕ ਗਾਉਂਦੇ ਨੇ, ਇੱਕ ਰਾਸ ਪਾਉਂਦੇ, ਭਗਤੀ ਕਰ ਵਿਖਾਉਂਦੇ ਨੇ। ਪਰ ਨਾਮ ਨਾ ਪਾਵਹਿ ਬਿਨ ਅਸਨੇਹ। ਅੰਦਰ ਦੇ ਪ੍ਰੇਮ ਤੋਂ ਬਗੈਰ ਨਾਮ ਦੀ ਦਾਤ ਉਹ ਪ੍ਰਾਪਤ ਨਹੀਂ ਕਰਦੇ ਹਨ। ਸੱਚੀ ਭਗਤ ਗੁਰ ਸ਼ਬਦ ਪਿਆਰ। ਸੱਚੀ ਭਗਤੀ, ਅਟਲ ਭਗਤੀ, ਪ੍ਰਵਾਨ ਚੜ੍ਹਨ ਵਾਲੀ ਭਗਤੀ ਗੁਰੂ ਦੇ ਸ਼ਬਦ ਨਾਲ ਪਿਆਰ ਕਰਨ ਕਰਕੇ, ਗੁਰੂ ਦੇ ਸ਼ਬਦ ਦੇ ਪਿਆਰ ਵਿੱਚੋਂ ਪੈਦਾ ਹੁੰਦੀ ਆ। ਤੇ ਜਿਹਨੇ ਇਹ ਭਗਤੀ ਪ੍ਰਾਪਤ ਕੀਤੀ, ਆਪਣਾ ਪਿਰ ਰਾਖਿਆ ਸਦਾ ਅਵਤਾਰ।
ਆਪਣਾ ਪਿਰ ਜੋ ਵਾਹਿਗੁਰੂ ਹੈ, ਪਤੀ ਖਸਮ ਅਕਾਲ ਪੁਰਖ, ਉਸ ਨੂੰ ਸਦਾ ਵਾਸਤੇ ਉਹਦੇ ਹਿਰਦੇ ਅੰਦਰ ਧਾਰਨ ਕਰਕੇ ਰੱਖਿਆ। ਉਹਨੂੰ ਉਹ ਭੁੱਲਦਾ ਨਹੀਂ, ਛੱਡਦਾ ਨਹੀਂ ਮਿੰਟ ਸਕਿੰਟ ਵੀ। ਭਗਤ ਕਰਹਿ ਮੂਰਖ ਆਪ ਜਣਾਵੈ। ਲੋਕਾਂ ਸਾਹਮਣੇ ਤੇ ਭਗਤੀ ਵਾਲੇ ਬਚਨ ਬੋਲਦੇ ਨੇ ਤੇ ਮੂਰਖ ਹਨ ਅੰਦਰੋਂ, ਆਪਾ ਜਣਾਉਂਦੇ ਹਨ ਵੀ ਅਸੀਂ ਭਗਤ ਹਾਂ, ਸਾਡੀ ਸੇਵਾ ਕਰੋ, ਸਾਨੂੰ ਪੂਜਾ ਦਿਓ। ਨੱਚ ਨੱਚ ਟੱਪੈ ਬਹੁਤ ਦੁੱਖ ਪਾਵੈ। ਨੱਚਦੇ ਨੱਚਦੇ ਟੱਪਦੇ ਹਨ, ਛਾਲਾਂ ਮਾਰਦੇ ਨੇ, ਨੱਚੀ ਜਾਂਦੇ ਨੇ, ਬਹੁਤ ਦੁੱਖ ਪਾਵੈ। ਜਿਵੇਂ ਆਸਾ ਦੀ ਵਾਰ 'ਚ ਵੀ ਕਿਹਾ ਨਾ, ਉੱਡ ਉੱਡ ਰਾਵਾ ਝਾਟਾ ਪਾਏ, ਵੇਖਿਆ ਲੋਕ ਹੱਸੈ ਘਰ ਜਾਏ। ਰੋਟੀਆਂ ਕਾਰਨ ਪੂਰਹਿ ਤਾਲ, ਆਪ ਪਛਾੜੈ ਧਰਤੀ ਨਾਲ। ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜ। ਸਵਾਂਗ ਬਣਾ ਬਣਾ ਕੇ ਗੋਪੀਆਂ ਦੇ, ਕ੍ਰਿਸ਼ਨ ਜੀ ਦੇ, ਸੀਤਾ ਜੀ ਦੇ, ਰਾਮ ਚੰਦਰ ਜੀ ਦੇ ਇੰਝ ਗਾਉਂਦੇ ਨੇ। ਕਹਿੰਦੇ ਨੱਚ ਨੱਚ ਕੇ ਟੱਪਦੇ ਨੇ, ਛਾਲਾਂ ਮਾਰਦੇ ਨੇ, ਬੜਾ ਦੁੱਖ ਪਾਉਂਦੇ ਹਨ। ਨੱਚਿਆ ਟੱਪਿਆ ਭਗਤ ਨਾ ਹੋਏ। ਵਾਹਿਗੁਰੂ ਦਾ ਸਿਮਰਨ ਤੇ ਅੰਦਰੋਂ ਟਿਕਾ ਬਖਸ਼ ਦਿੰਦਾ। ਤੇ ਇਹ ਜਦੋਂ ਅਜੇ ਪ੍ਰਾਪਤੀ ਕੁਛ ਨਹੀਂ ਤੇ ਪਹਿਲਾਂ ਨੱਚੀ ਟੱਪੀ ਜਾਂਦੇ ਤਾਂ ਮਨ ਹੋਰ ਚੰਚਲ ਹੁੰਦਾ। ਨੱਚਣ ਤੇ ਟੱਪਣ ਦੇ ਨਾਲ ਵਾਹਿਗੁਰੂ ਦੀ ਭਗਤੀ ਨਹੀਂ ਹੁੰਦੀ ਹੈ। ਸ਼ਬਦ ਮਰੈ ਭਗਤ ਪਾਏ ਜਨ ਸੋਏ। ਜਿਹੜਾ ਗੁਰੂ ਦੇ ਸ਼ਬਦ ਰਾਹੀਂ ਜੀਵਤ ਭਾਵ ਤੋਂ ਹੰਕਾਰ ਵੱਲੋਂ ਅੰਦਰੋਂ ਮਰ ਜਾਂਦਾ ਹੈ, ਉਹ ਜਨ ਭਗਤੀ ਪ੍ਰਾਪਤ ਕਰਦਾ। ਜਨ ਸੇਵਕ, ਉਹ ਵਾਹਿਗੁਰੂ ਦਾ ਸੇਵਕ ਵਾਹਿਗੁਰੂ ਜੀ ਦੀ ਅਸਲ ਭਗਤੀ ਪ੍ਰਾਪਤ ਕਰਦਾ ਹੈ ਗੁਰਾਂ ਦੁਆਰਾ। ਭਗਤ ਵਸ਼ਲ ਭਗਤ ਕਰਾਏ ਸੋਏ। ਪਰਮਾਤਮਾ ਭਗਤ ਵਸ਼ਲ ਹੈ। ਭਗਤ ਵਸ਼ਲ ਦਾ ਮਤਲਬ ਭਗਤੀ ਨਾਲ ਵਾਤਸਲ ਪਿਆਰ ਕਰਨ ਵਾਲਾ ਵਾਹਿਗੁਰੂ। ਜਿਵੇਂ ਗਾਂ ਵੱਛੇ ਨਾਲ ਨਿਰਇੱਛਤ ਪਿਆਰ ਕਰਦੀ ਹੈ। ਸਵਾਲ ਉੱਠਦਾ ਵੀ ਗਾਂ ਹੀ ਕਿਉਂ? ਇੱਕ ਔਰਤ ਵੀ ਤਾਂ ਆਪਣੇ ਬੱਚੇ ਨਾਲ ਪ੍ਰੇਮ ਕਰਦੀ, ਇੱਕ ਬੱਕਰੀ ਵੀ ਕਰਦੀ, ਦੂਜੀਆਂ ਵੀ ਹੋਰ ਵੀ ਇਸਤਰੀਆਂ ਜਾਂ ਜੂਨਾਂ ਦੀਆਂ ਜਿਹੜੀਆਂ ਜਾਤਾਂ ਦੇ ਹਨ ਜੀਵ, ਉਹ ਵੀ ਕਰਦੇ ਨੇ। ਪਰ ਨਹੀਂ, ਹਜ਼ੂਰ ਕਹਿੰਦੇ ਨੇ ਜੇ ਜਨਨੀ ਗਰਭ ਪਾਲਤੀ, ਸੁੱਤ ਕੀ ਕਰੇ ਆਸਾ। ਵੱਡਾ ਹੋਏ ਧਨ ਖਾੜਦੇ, ਕਰ ਭੋਗ ਬਿਲਾਸਾ। ਮਾਂ ਵੀ ਗਰਭ ਦੇ ਸਮੇਂ ਤੋਂ ਲੈ ਕੇ ਪਰਵਰਿਸ਼ ਵਿੱਚ ਜੁਟ ਜਾਂਦੀ ਹੈ, ਪਰ ਪੁੱਤਰ ਦੀ ਆਸਾ ਰੱਖਦੀ ਹੈ ਕਿ ਵੱਡਾ ਹੋ ਕੇ ਧਨ ਖੱਟ ਕਮਾ ਕੇ ਲਿਆਏਗਾ, ਅਸੀਂ ਭੋਗਾਂਗੇ, ਆਨੰਦ ਮਾਣਾਂਗੇ। ਪਰ ਗਾਂ ਨੂੰ ਤੇ ਇੱਛਾ ਨਹੀਂ ਨਾ, ਇਸ ਕਰਕੇ ਗਾਂ ਦਾ ਪਿਆਰ ਬਹੁਤ ਵੱਡਾ ਮੰਨਿਆ ਗਿਆ, ਨਿਰਇੱਛਤ ਪਿਆਰ। ਇਉਂ ਜਿਹੜਾ ਵਾਹਿਗੁਰੂ ਹੈ ਭਗਤੀ ਨਾਲ ਵਾਤਸਲ ਨਿਰਇੱਛਤ ਪਿਆਰ ਕਰਨ ਵਾਲਾ, ਉਹ ਆਪਣੀ ਭਗਤੀ ਕਰਾਉਂਦਾ ਵੀ ਉਹੀ ਹੈ। ਜੇ ਉਹਦੀ ਬਖਸ਼ਿਸ਼ ਹੋਏ, ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰਗੁਣ ਗਾਓ। ਸੱਚੀ ਭਗਤ ਵਿੱਚੋਂ ਆਪ ਖੋਏ। ਸੱਚੀ ਭਗਤੀ ਉਹ ਹੀ ਹੈ ਜਿਹੜਾ ਹਿਰਦੇ ਦੇ ਵਿੱਚੋਂ ਆਪਾ ਭਾਵ ਖੋ ਦੇਵੇ, ਬਰਬਾਦ ਕਰ ਦੇ, ਨਾਸ ਕਰ ਦੇ। ਆਪਣੇ ਵਿੱਚੋਂ ਆਪਾ ਭਾਵ ਗਵਾ ਦੇ, ਨਾਸ ਕਰਦੇ, ਹੰਕਾਰ ਨੂੰ ਖੋਏ, ਮੇੜ ਦੇਵੇ। ਮੇਰਾ ਪ੍ਰਭੂ ਸੱਚਾ ਸਭ ਵਿਦ ਜਾਣੈ। ਮੇਰਾ ਪ੍ਰਭੂ ਸੱਚਾ ਹੈ, ਉਹ ਸਾਰੀਆਂ ਵਿਧੀਆਂ ਨੂੰ ਜਾਣਦਾ, ਸਾਰੇ ਢੰਗ ਤਰੀਕੇ ਜਾਣਦਾ, ਬਖਸ਼ਿਸ਼ ਵੀ ਕਰਦਾ ਹੈ, ਔਰ ਸਾਰਿਆਂ ਦੀਆਂ ਹਿਰਦਿਆਂ ਦੀਆਂ ਭਾਵਨਾਵਾਂ ਨੂੰ ਵੀ ਜਾਣਦਾ ਹੈ। ਉਸ ਤੋਂ ਕੁਛ ਲੁਕਿਆ ਛੁਪਿਆ ਨਹੀਂ। ਨਾਨਕ ਬਖਸ਼ੇ ਨਾਮ ਪਛਾਣੈ। ਹਜ਼ੂਰ ਕਹਿੰਦੇ ਜਿਨ੍ਹਾਂ ਨੂੰ ਬਖਸ਼ ਦਿੰਦਾ ਹੈ, ਜਿਨ੍ਹਾਂ 'ਤੇ ਬਖਸ਼ਿਸ਼ ਕਰਦਾ ਹੈ, ਜਿਸ 'ਤੇ ਬਖਸ਼ਿਸ਼ ਕਰਦਾ, ਜਿਸ ਨੂੰ ਭਾਈ ਵਾਹਿਗੁਰੂ ਬਖਸ਼ੇ, ਉਹ ਜੀਵ ਫਿਰ ਨਾਮ ਨੂੰ ਪਛਾਣਦਾ ਹੈ ਕਿ ਨਾਮ ਬਹੁਤ ਮਹਾਨ ਹੈ। ਉਸ ਨੂੰ ਨਾਮ ਦੀ ਕਦਰ ਹੈ, ਉਹ ਵਾਹਿਗੁਰੂ ਦੇ ਨਾਮ ਦੀ ਕਦਰ ਨੂੰ ਪਛਾਣ ਲੈਂਦਾ ਹੈ। ਗੌੜੀ ਗਵਾਰੇਰੀ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਗੌੜੀ ਰਾਗ ਵਿੱਚ ਤੇ ਗਵਾਰੇਰੀ ਵੰਨਗੀ ਇਸ ਰਾਗ ਦੀ ਤੀਜੇ ਪਾਤਸ਼ਾਹ ਸ਼ਬਦ ਉਚਾਰਦੇ ਨੇ, ਮਨ ਮਾਰੇ ਧਾਤ ਮਰ ਜਾਏ। ਸਵਾਲ ਉੱਠਦਾ ਵੀ ਮਹਾਰਾਜ ਮਾਇਆ ਕਿੰਝ ਮਰੇ, ਮਾਇਆ ਤੋਂ ਕਿਵੇਂ ਪਿੱਛਾ ਛੁੱਟੇ? ਤਾਂ ਹਜ਼ੂਰ ਕਹਿੰਦੇ ਨੇ ਜਿਹੜਾ ਗੁਰੂ ਦੇ ਬਚਨ ਰਾਹੀਂ, ਗੁਰੂ ਦੀ ਸਿੱਖਿਆ ਰਾਹੀਂ ਜਿਹੜਾ ਵੀ ਵਿਅਕਤੀ ਆਪਣੇ ਮਨ ਨੂੰ ਮਾਰ ਲਵੇ, ਮਨ ਨੂੰ ਵਾਸ਼ਨਾਵਾਂ ਵੱਲੋਂ ਰੋਕ ਲਵੇ, ਇਹ ਮਨ ਦਾ ਮਾਰਨਾ, ਧਾਤ ਮਰ ਜਾਏ। ਮਾਇਆ ਆਪੇ ਹੀ ਮਰ ਜਾਂਦੀ ਹੈ। ਬਿਨ ਮੂਏ ਕੈਸੇ ਹਰਸ ਪਾਏ। ਬਿਨਾਂ ਮਨ ਦੇ ਮਰਨ ਤੋਂ ਕਿਸ ਤਰ੍ਹਾਂ ਹਰੀ ਦੀ ਪ੍ਰਾਪਤੀ ਕੋਈ ਕਰ ਸਕਦਾ? ਮਨ ਮਰੈ ਦਾਰੂ ਜਾਣੈ ਕੋਏ। ਕੁਝ ਅੱਖਰਾਂ ਦੇ ਫਰਕ ਨਾਲ ਇਹ ਧਨਾਸਰੀ ਰਾਗ ਵਿੱਚ ਵੀ ਸ਼ਬਦ ਹੈ। ਇੱਥੇ ਕੁਝ ਫਰਕ ਅੱਖਰਾਂ ਦਾ ਮਜਮੂਨ ਉਹੀ ਹੈ। ਹਜ਼ੂਰ ਕਹਿੰਦੇ ਨੇ ਮਨ ਮਰੈ ਦਾਰੂ ਜਾਣੈ ਕੋਏ। ਮਨ ਮਰ ਤਾਂ ਜਾਂਦਾ ਹੈ, ਪਰ ਮਨ ਨੂੰ ਮਾਰਨ ਵਾਲਾ ਦਾਰੂ ਕੋਈ ਵਿਰਲਾ ਜਾਣਦਾ। ਦਾਰੂ ਦਵਾਈ ਰਸਾਇਣ ਕੋਈ ਵਿਰਲਾ ਜਾਣਦਾ ਵੀ ਕਿਸ ਦਾਰੂ ਨਾਲ ਇਹ ਮਨ ਮਰਦਾ ਹੈ। ਫਿਰ ਮਹਾਰਾਜ ਦੱਸਦੇ ਨੇ, ਪ੍ਰਸ਼ਨ ਉੱਠਿਆ ਵੀ ਕਿਵੇਂ ਜੀ?
ਮਨ ਸ਼ਬਦ ਮਰੈ ਬੂਝੈ ਜਨ ਸੋਏ। ਮਨ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਹੀ ਮਰਦਾ ਹੈ। ਜਿਹੜਾ ਬੁੱਝ ਲੈਂਦਾ ਇਸ ਭੇਦ ਨੂੰ ਉਹ ਜਨ ਹੈ, ਸੇਵਕ ਹੈ ਵਾਹਿਗੁਰੂ ਦਾ। ਆਮ ਤੌਰ 'ਤੇ ਆਪਾਂ ਕਹਿ ਦਿੰਦੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਅਤੇ ਅਸੀਂ ਆਪਣੇ ਆਪ ਨੂੰ ਜਨ ਸਮਝ ਲੈਂਦੇ ਹਾਂ। ਇਹ ਠੀਕ ਹੈ ਗੁਰੂ ਦਾ ਬਚਨ ਵੀ ਜਨ ਦੀ ਅਰਦਾਸ ਬਿਰਥੀ ਨਹੀਂ ਜਾਂਦੀ, ਪਰ ਜਨ ਬਣੇ ਨਹੀਂ ਨਾ ਆਪਾਂ। ਕਬੀਰ ਜੀ ਨੇ ਬੜੇ ਬਚਨ ਕਹੇ ਹਨ ਇਸ ਸੰਬੰਧ ਵਿੱਚ। ਕਬੀਰ ਕਹਿੰਦੇ ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੀ ਮਿਲੇ ਭਗਵਾਨ। ਕਬੀਰ ਰੋੜਾ ਹੁਆ ਤਾਂ ਕਿਆ ਪਾਇਆ ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਕਬੀਰ ਖੇ ਹੋਈ ਤਾਂ ਕਿਆ ਭਇਆ ਜੋ ਉਡ ਲੱਗੈ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਫਿਰ ਪਾਣੀ ਵਿੱਚ ਵੀ ਦੋਸ਼ ਦਿਸ ਪਏ। ਕਹਿੰਦੇ ਕਬੀਰ ਪਾਣੀ ਪਿਆ ਤਾਂ ਕਿਆ ਭਇਆ ਸੀਰਾ ਤਾਤਾ ਹੋਏ, ਠੰਡਾ ਤੱਤਾ ਹੋ ਜਾਂਦਾ ਪਾਣੀ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਹੋ ਜਿਹਾ ਵਾਹਿਗੁਰੂ ਹੈ ਉਹੋ ਜਿਹਾ ਜਿਹੜਾ ਬਣ ਜਾਏ ਉਹ ਜਨ ਹੋਣਾ ਚਾਹੀਦਾ। ਜਿਸ ਨੂੰ ਬਖਸ਼ੇ ਦੇ ਵਡਿਆਈ, ਜਿਸ ਦੇ ਤਾਈਂ ਵਾਹਿਗੁਰੂ ਬਖਸ਼ਿਸ਼ ਕਰੇ ਉਹਨੂੰ ਇਹ ਨਾਮ ਦੀ ਵਡਿਆਈ ਵਾਹਿਗੁਰੂ ਜੀ ਬਖਸ਼ਦੇ ਨੇ। ਲੋਕ ਪ੍ਰਲੋਕ ਦੀ ਇੱਜ਼ਤ ਹੈ ਵਾਹਿਗੁਰੂ ਦਾ ਨਾਮ। ਗੁਰ ਪ੍ਰਸਾਦ ਹਰ ਵਸੈ ਮਨ ਆਈ। ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਵਾਹਿਗੁਰੂ ਪਰਮਾਤਮਾ ਮਨ ਵਿੱਚ ਆ ਵਸਦਾ, ਮਤਲਬ ਵਾਹਿਗੁਰੂ ਦਾ ਪ੍ਰੇਮ ਮਨ ਵਿੱਚ ਆ ਜਾਗਦਾ। ਰਹਾਓ ਗੁਰਮੁਖ ਕਰਨੀ ਕਾਰ ਕਮਾਵੈ। ਜਿਹੜੀ ਗੁਰਾਂ ਦੇ ਸਨਮੁਖ ਹੋ ਕੇ ਕਰਨੀ ਕੀਤੀ ਜਾਂਦੀ ਹੈ ਨਾ, ਇਸ ਸ਼ੁਭ ਕਰਨੀ ਨੂੰ ਉਹ ਗੁਰਾਂ ਦੇ ਅਨੁਸਾਰੀ ਜਿਹੜਾ ਜੀਵ ਹੈ ਆਪਣੀ ਸਾਰੀ ਉਮਰ ਇਹ ਕਾਰ ਕਮਾਉਂਦਾ, ਜਾਨੀ ਐਸੀ ਭਗਤੀ ਕਮਾਉਂਦਾ। ਤਾਂ ਇਸ ਮਨ ਕੀ ਸੋਝੀ ਪਾਵੈ, ਤਾਂ ਫਿਰ ਕਿਤੇ ਜਾ ਕੇ ਬਿਰਤੀ ਅੰਤਰਮੁਖ ਹੁੰਦੀ ਹੈ ਅਤੇ ਮਨ ਦੀ ਸੋਝੀ ਉਹ ਪ੍ਰਾਪਤ ਕਰ ਲੈਂਦਾ। ਮਨ ਮੈ ਮਤ ਮੈਗਲ ਮਿਕਦਾਰਾ। ਜਿਹੜਾ ਮਨ ਹੈ ਇਹ ਹੰਕਾਰ ਰੂਪੀ ਸ਼ਰਾਬ ਵਿੱਚ ਇੰਝ ਮਸਤ ਹੋਇਆ ਹੋਇਆ, ਜਿਵੇਂ ਕੋਈ ਮੈਗਲ ਹਾਥੀ ਸ਼ਰਾਬ ਪੀ ਕੇ ਮਸਤ ਹੁੰਦਾ। ਮਿਕਦਾਰਾ ਵਾਂਗ, ਹਾਥੀ ਵਾਂਗ, ਹਾਥੀ ਦੇ ਮਨਿੰਦ, ਜਿਵੇਂ ਹਾਥੀ ਸ਼ਰਾਬੀ ਹੋਇਆ ਮਸਤ ਹੁੰਦਾ ਨਾ, ਇਸ ਤਰ੍ਹਾਂ ਹੀ ਮਨ ਹੰਕਾਰ ਰੂਪੀ ਸ਼ਰਾਬ ਪੀ ਕੇ ਮੱਤਿਆ ਹੋਇਆ ਮਸਤ ਹੋਇਆ ਹੋਇਆ। ਗੁਰ ਅੰਕੁਸ ਮਾਰ ਜੀਵਾਲਣ ਹਾਰਾ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇੰਝ ਨੇ ਜਿਵੇਂ ਮੁਹਾਵਤ ਹਾਥੀ ਦੇ ਸਿਰ 'ਤੇ ਕੁੰਡਾ ਮਾਰ ਕੇ ਉਸ ਨੂੰ ਸਿੱਧੇ ਰਾਹ ਪਾਉਂਦਾ। ਇਸੇ ਤਰ੍ਹਾਂ ਕਹਿੰਦੇ ਮਨ ਤਾਂ ਹਾਥੀ ਵਰਗਾ, ਮਸਤਿਆ ਹਾਥੀ, ਸ਼ਰਾਬੀ ਹਾਥੀ, ਪਰ ਸਤਿਗੁਰੂ ਜੀ ਆਪਣਾ ਉਪਦੇਸ਼ ਰੂਪੀ ਕੁੰਡਾ ਮਾਰ ਕੇ, ਅੰਕੁਸ਼ ਮਾਰ ਕੇ ਇਸ ਨੂੰ ਜੀਵਾਲਣ ਵਾਲੇ ਨੇ। ਮਰੇ ਹੋਏ ਮਨ ਨੂੰ ਜਿਉਂਦਾ ਕਰਨ ਵਾਲੇ ਨੇ। ਜਿਹੜਾ ਮਨ ਭਗਤੀ ਵੱਲੋਂ ਮਰ ਚੁੱਕਾ, ਰੱਬ ਵਾਲੇ ਪਾਸਿਓਂ ਮਰ ਚੁੱਕਾ, ਉਹਨੂੰ ਜਿਉਂਦਾ ਕਰਨ ਵਾਲੇ ਨੇ ਸਤਿਗੁਰੂ। ਮਨ ਅਸਾਧ ਸਾਧੈ ਜਨ ਕੋਈ। ਮਨ ਤਾਂ ਭਾਈ ਅਸਾਧ ਹੈ, ਨਾ ਸਾਧਿਆ ਜਾਣ ਵਾਲਾ। ਬੜੀ ਮੁਸ਼ਕਿਲ ਹੈ ਇਹਨੂੰ ਸਾਧਣਾ। ਕੋਈ ਵਿਰਲਾ ਜਨ ਸਾਧਦਾ ਹੈ, ਸੁਧਾਰਦਾ ਹੈ। ਆਚਰ ਚਰੈ ਤਾਂ ਨਿਰਮਲ ਹੋਏ। ਇਸ ਮਨ ਦਾ ਜਿਹੜਾ ਅਮੋੜ ਪੁਣਾ ਹੈ, ਇਸ ਨੂੰ ਜਿਹੜਾ ਚਰ ਜਾਂਦਾ, ਖਤਮ ਕਰ ਦਿੰਦਾ, ਤਾਂ ਨਿਰਮਲ ਹੋਏ। ਤਾਂ ਫਿਰ ਇਹ ਮਨ ਨਿਰਮਲ ਹੁੰਦਾ। ਗੁਰਮੁਖ ਇਹੋ ਮਨ ਲਿਆ ਸਵਾਰ। ਜਿਹੜਾ ਗੁਰਾਂ ਦੇ ਸਨਮੁਖ ਹੋ ਕੇ ਚੱਲਿਆ ਉਹਨੇ ਇਸ ਮਨ ਨੂੰ ਸਵਾਰ ਲਿਆ ਹੈ ਗੁਰੂ ਦੇ ਉਪਦੇਸ਼ ਰਾਹੀਂ। ਫਿਰ ਹਉਮੈ ਵਿੱਚੋਂ ਤਜੇ ਵਿਕਾਰ, ਸੁਧਾਰੇ ਹੋਏ ਸਵਾਰੇ ਹੋਏ ਮਨ ਦੀ ਕੀ ਨਿਸ਼ਾਨੀ। ਹਜ਼ੂਰ ਕਹਿੰਦੇ ਨੇ ਉਹਨੇ ਆਪਣੇ ਹਿਰਦੇ ਵਿੱਚੋਂ ਹਉਮੈ ਅਤੇ ਬਾਕੀ ਸਾਰੇ ਵਿਕਾਰ ਤਜ ਦਿੱਤੇ, ਤਿਆਗ ਦਿੱਤੇ ਨੇ। ਉਹਦੇ ਅੰਦਰ ਨਾ ਹੰਗਤਾ ਹੈ ਨਾ ਕੋਈ ਵਿਕਾਰ ਹੈ। ਜੋ ਧੁਰ ਰਾਖੀਨ ਮੇਲ ਮਿਲਾਏ। ਜਿਹੜੇ ਧੁਰੋਂ ਹੀ ਪ੍ਰਮਾਤਮਾ ਨੇ ਬਖਸ਼ਿਸ਼ ਕਰਕੇ ਰੱਖ ਲਏ ਨਾ ਸੰਸਾਰ ਸਮੁੰਦਰ 'ਚ ਡੁੱਬਣ ਤੋਂ, ਜਿਨ੍ਹਾਂ ਦੀ ਰੱਖਿਆ ਕੀਤੀ ਅਤੇ ਗੁਰਾਂ ਦੇ ਮੇਲ ਵਿੱਚ ਮਿਲਾ ਕੇ ਆਪਣੇ ਨਾਲ ਮਿਲਾ ਲਏ, ਸਤਸੰਗਤ ਵਿੱਚ ਗੁਰਮੁਖ ਜਨਾਂ ਦੀ ਸੰਗਤ 'ਚ ਮੇਲ ਕੇ ਜਿਨ੍ਹਾਂ ਨੂੰ ਮਿਲਾ ਲਿਆ ਹੈ। ਕਦੇ ਨਾ ਵਿਛੜ ਹੈ ਸ਼ਬਦ ਸਮਾਏ। ਉਹ ਕਦੇ ਵੀ ਫਿਰ ਵਿਛੜਦੇ ਨਹੀਂ ਹਨ ਜੋ ਗੁਰੂ ਦੇ ਸ਼ਬਦ ਵਿੱਚ ਸਮਾ ਜਾਂਦੇ ਨੇ। ਜੋ ਗੁਰੂ ਦੇ ਸ਼ਬਦ ਰਾਹੀਂ, ਉਪਦੇਸ਼ ਰਾਹੀਂ, ਵਾਹਿਗੁਰੂ ਨਾਮੀ ਵਿੱਚ ਸਮਾ ਜਾਂਦੇ ਹਨ, ਉਹ ਕਦੇ ਵਿਛੜਦੇ ਨਹੀਂ ਹਨ। ਸ਼ਬਦ ਰਾਹੀਂ ਜਿਹੜਾ ਮਿਲੇਗਾ ਉਹ ਕਦੇ ਨਹੀਂ ਵਿਛੜੇਗਾ। ਭਾਈ ਮਰਦਾਨਾ ਜੀ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਬਚਨ ਫਰਮਾਇਆ, ਖੁਰਮ ਸ਼ਹਿਰ ਦਰਿਆ ਦੇ ਕਿਨਾਰੇ ਨੇ ਕਿਹਾ, ਮਹਾਰਾਜ ਘਰ ਕਦੋਂ ਚੱਲਣਾ ਹੈ? ਤਾਂ ਹਜ਼ੂਰ ਕਹਿਣ ਲੱਗੇ, ਮਰਦਾਨਿਆਂ ਤਿਆਰੀ ਹੈ, ਪਰਸੋਂ ਤੂੰ ਆਪਣੇ ਘਰ ਚਲੇ ਜਾਣਾ। ਕਹਿਣ ਲੱਗਾ, ਮਹਾਰਾਜ ਮੈਂ ਤਾਂ ਤਲਵੰਡੀ ਵਾਲੇ ਘਰ ਦੀ ਗੱਲ ਕੀਤੀ ਸੀ, ਤੁਸੀਂ ਮੈਨੂੰ ਹੁਣੇ ਵੀ ਛੋੜ ਦੇਣ ਲੱਗੇ ਹੋ। ਬਚਨ ਕੀਤਾ ਤੈਨੂੰ ਸਾਥ ਨਿਭਾਵਾਂਗੇ। ਹਜ਼ੂਰ ਨੇ ਫਿਰ ਕਿਹਾ ਸੀ, ਮਰਦਾਨਿਆਂ ਤੈਨੂੰ ਸ਼ਬਦ ਪ੍ਰਾਪਤ ਹੈ, ਜੋ ਸਾਡੇ ਸ਼ਬਦ ਵਿੱਚ ਮਿਲੇ ਹਨ ਉਹ ਕਦੇ ਨਹੀਂ ਵਿਛੜਦੇ। ਸਰੀਰਾਂ ਦਾ ਮਿਲਾਪ ਵਿਛੋੜਿਆਂ 'ਚ ਬਦਲਦਾ ਹੈ। ਸਰੀਰਾਂ ਦਾ ਮਿਲਾਪ ਸੱਚਾ ਨਹੀਂ ਹੈ।
ਇਸ ਕਰਕੇ ਤੂੰ ਸਾਡੇ ਸ਼ਬਦ ਵਿੱਚ ਮਿਲਿਆ, ਤੈਨੂੰ ਕਦੇ ਨਹੀਂ ਵਿਛੋੜਾਂਗੇ। ਬਚਨ ਸਾਡਾ ਪੂਰਾ ਹੀ ਹੈ, ਨਿਭੇਗਾ। ਔਰ ਫਿਰ ਤੀਜੇ ਦਿਨ ਭਾਈ ਮਰਦਾਨਾ ਜੀ ਨੂੰ ਜਦੋਂ ਸਮਾਂ ਆਇਆ ਸਰੀਰ ਤਿਆਗਣ ਦਾ, ਤਾਂ ਕਿਹਾ ਸੀ, ਦੱਸ ਭਾਈ ਮਰਦਾਨਿਆ ਹੁਣ ਕੀ ਹਾਲਤ ਹੈ? ਕਹਿਣ ਲੱਗਾ, ਜੀ ਨਾਭੀ 'ਚੋਂ ਸਵਾਸਾਂ ਦੀ ਗੰਢ ਖੁੱਲ੍ਹ ਗਈ ਹੈ, ਅਤੇ ਜੋ ਮੈਨੂੰ ਗਿਆਤ ਤੁਸਾਂ ਬਖਸ਼ੀ ਉਹਦੇ ਅਨੁਸਾਰ 90 ਸਵਾਸ ਬਾਕੀ ਰਹਿੰਦੇ ਨੇ। ਫਿਰ ਭਾਈ ਬਾਲਾ ਜੀ ਨੇ ਕਿਹਾ ਸੀ, ਨਬਜ ਫੜ ਲਓ ਅਤੇ ਸਵਾਸ ਗਿਣੋ। ਜਦੋਂ 90 ਸਵਾਸ ਪੂਰੇ ਹੋਏ ਤਾਂ ਭਾਈ ਮਰਦਾਨਾ ਜੀ ਦਾ ਸਰੀਰ ਸ਼ਾਂਤ ਹੋ ਗਿਆ ਸੀ। ਇਉਂ ਜਿਹੜੇ ਸ਼ਬਦ ਵਿੱਚ ਮਿਲੇ ਹਨ ਉਹ ਕਦੇ ਵਿਛੜਦੇ ਨਹੀਂ। ਆਪਣੀ ਕਲਾ ਆਪੇ ਹੀ ਜਾਣਾ, ਆਪਣੀਆਂ ਸਾਰੀਆਂ ਕਲਾ ਸ਼ਕਤੀਆਂ ਨੂੰ ਪ੍ਰਮਾਤਮਾ ਆਪ ਹੀ ਜਾਣਦਾ ਹੈ। ਨਾਨਕ ਗੁਰਮੁਖ ਨਾਮ ਪਛਾਣੈ, ਸਤਿਗੁਰੂ ਅਮਰਦਾਸ ਮਹਾਰਾਜ ਤੀਜੇ ਸਤਿਗੁਰੂ ਨਾਨਕ ਦੇਵ ਜੀ ਬਚਨ ਫਰਮਾਉਂਦੇ ਨੇ ਕਿ ਜਿਹੜਾ ਭਾਈ ਗੁਰਾਂ ਦੇ ਸਨਮੁਖ ਹੋ ਕੇ ਚੱਲਦਾ ਹੈ ਉਹੀ ਵਾਹਿਗੁਰੂ ਦੇ ਨਾਮ ਨੂੰ ਪਛਾਣਦਾ ਹੈ, ਨਾਮ ਦੀ ਯਾਨੀ ਮਹਾਨਤਾ ਨੂੰ। ਉਹਨੇ ਨਾਮ ਦੀ ਕਦਰ ਨੂੰ ਪਛਾਣਿਆ ਹੈ। ਜੋ ਗੁਰਾਂ ਦੇ ਅਨੁਸਾਰੀ ਹੋ ਗਿਆ ਹੈ, ਗੁਰੂ ਦੇ ਸਨਮੁਖ ਹੋ ਗਿਆ ਹੈ, ਗੁਰੂ ਮੁਖ ਤੋਂ ਉਪਦੇਸ਼ ਸੁਣ ਕੇ ਉਹਦੇ ਅਨੁਸਾਰ ਚੱਲਦਾ ਹੈ, ਉਹ ਵਾਹਿਗੁਰੂ ਦੇ ਨਾਮ ਨੂੰ ਅਸਲ ਮਾਇਨੇ 'ਚ ਪਛਾਣਦਾ ਹੈ ਕਿ ਨਾਮ ਤੋਂ ਉੱਚਾ ਹੋਰ ਕੁਛ ਵੀ ਨਹੀਂ ਹੈ। ਨਾਮ ਤੇ ਨਾਮੀ ਪਰਮਾਤਮਾ ਨਾਲੋਂ ਵੀ ਵੱਡਾ ਹੈ। ਉਹ ਅਸਲ ਮਾਇਨੇ 'ਚ ਅੰਦਰੋਂ ਉਸਨੇ ਨਾਮ ਨੂੰ ਪਛਾਣਿਆ ਹੁੰਦਾ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।